98% ਜਿਹੜੇ ਕਿਸਾਨ ਹੈ ਉਹ ਸਿਰਫ ਝੋਨੇ ਤੇ ਕਣਕ ਤੇ ਆਸ਼ਰਿਤ ਨੇ। ਤੁਹਾਡਾ ਇਸ ਪਾਸੇ ਵੱਲ ਕਿ ਤੁਸੀਂ ਆਪ ਹਲਦੀ ਪੈਦਾ ਕਰਦੇ ਹੋ, ਆਪ ਹੀ ਸ਼ਹਿਦ ਪੈਦਾ ਕਰਵਾਉਂਦੇ ਹੋ ਤੇ ਨਾਲ ਹੀ ਮੱਕੀ ਦੀ ਵੀ ਖੇਤੀ ਕਰਦੇ ਹੋ ਆਰਗੈਨਿਕ ਤੌਰ ਤੇ, ਤੁਹਾਡੇ ਲਈ ਇਸ ਪਾਸੇ ਵੱਲ ਜਾਣ ਦਾ ਰੁਝਾਨ ਕਿਵੇਂ ਬਣਿਆ ਜੀ? ਡੈਡੀ ਹੁਣਾਂ ਵੱਲੋਂ ਕਿਸਾਨ ਮੇਲਿਆਂ ਦੇ ਵਿੱਚ ਜਾਣ ਦਾ ਜਿਹੜਾ ਹੈਗਾ ਰੁਝਾਨ ਸੀ, ਉਹ ਹੌਲੀ ਹੌਲੀ ਸਾਨੂੰ ਸਾਰਿਆਂ ਨੂੰ, ਸਾਰੇ ਪਰਿਵਾਰ ਨੂੰ ਉਹਦੇ ਵਿੱਚ ਲੈ ਕੇ ਗਿਆ ਤੇ ਨਵੀਆਂ ਤਕਨੀਕਾਂ, ਨਵੇਂ ਸੰਦ, ਨਵੇਂ ਬੀਜ, ਉਹ ਸਾਰਾ ਕੁਝ ਜਿਹੜਾ ਹੈਗਾ ਇੰਪਲੀਮੈਂਟ ਕਰਨ ਦਾ ਜਿਹੜਾ ਚਾਅ ਹੁੰਦਾ, ਉਹ ਸਾਨੂੰ ਇਸ ਪਾਸੇ ਵੱਲ ਲੈ ਕੇ ਆਇਆ। ਤੁਸੀਂ ਹਲਦੀ ਵਗੈਰਾ ਪੈਦਾ ਕਰਦੇ ਹੋ, ਇਹ ਆਰਗੈਨਿਕ ਹੁੰਦੀ ਹੈ? ਹਾਂਜੀ, ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ 7 ਏਕੜ ਸਾਡੀ ਜਿਹੜੀ ਮਾਲਕੀ ਹੈ ਜ਼ਮੀਨ ਦੀ, ਉਹਦੇ ਵਿੱਚ ਆਰਗੈਨਿਕ ਤਰੀਕੇ ਨਾਲ ਤਿਆਰ ਕੀਤੀ ਹੁੰਦੀ ਆ। ਔਰ ਥੋੜਾ ਜਿਹਾ ਏਰੀਆ ਜਿਹੜਾ ਠੇਕੇ ਦਾ ਹੁੰਦਾ ਵਾ, ਉਹਨੂੰ ਕਨਵਰਟ ਕਰਨ ਨੂੰ 3-4 ਸਾਲ ਲੱਗ ਜਾਂਦੇ ਆ। ਪੰਜਾਬ ਐਗਰੋ ਵੱਲੋਂ ਸਾਨੂੰ ਸਰਟੀਫਿਕੇਟ ਮਿਲਿਆ ਜਿਹੜਾ ਆਰਗੈਨਿਕ ਦਾ, ਔਰ ਇਹ ਪੰਜਾਬ ਸਰਕਾਰ ਦੀ ਇੱਕ ਪਹਿਲ ਹੈਗੀ ਸੀ ਕਿ ਜਿਹੜੇ ਕਿਸਾਨ ਆ ਕੁਦਰਤੀ ਖੇਤੀ ਕਰਦੇ ਆ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਜਾਵੇ, ਜਾਂ ਉਹਨਾਂ ਦੀ ਜਿਹੜੀ ਇੱਕ ਪਛਾਣ ਆ ਆਰਗੈਨਿਕ ਦੇ ਨਾਂ ਦੇ ਉੱਤੇ ਪਛਾਣ ਆ, ਉਹ ਮੁਹੱਈਆ ਕਰਵਾਈ ਜਾਵੇ। ਉੱਦਾਂ ਬਹੁਤ ਸਾਰੇ ਕਿਸਾਨ ਕਰਦੇ ਆ। ਮੁਨਾਫਾਖੋਰਾਂ ਨੇ ਚੀਜ਼ਾਂ ਦੇ ਵਿੱਚ ਮਿਲਾਵਟਾਂ ਕੀਤੀਆਂ ਹੁੰਦੀਆਂ ਵਾ, ਉਹ ਮਿਲਾਵਟ ਕਰਕੇ ਸਾਡੀ ਸਿਹਤ ਦਾ ਧਿਆਨ ਨਹੀਂ ਰੱਖਦੇ। ਦੁੱਧ, ਦਹੀਂ, ਪਨੀਰ, ਮਸਾਲੇ, ਸਾਰਾ ਕੁਝ ਦੇ ਵਿੱਚ ਮਿਲਾਵਟਾਂ ਪੈਂਦੀਆਂ। ਹਲਦੀ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਮਿਲਾਵਟਾਂ ਹੁੰਦੀਆਂ, ਰੰਗ ਮਿਲਾਵਟ ਕਰਕੇ ਤੇ ਉਹ ਆਪਣਾ ਪੈਦਾਵਾਰ ਵਧਾਉਣ ਦੇ ਲਈ, ਚਮਕ ਦਿਖਾਉਣ ਦੇ ਲਈ ਉਹ ਕਰਕੇ ਤੇ ਵੇਚ ਦਿੰਦੇ ਆ, ਜਿਹੜਾ ਸਰੀਰ ਨੂੰ ਨੁਕਸਾਨ ਕਰਦਾ। ਪ੍ਰੋਸੈਸ ਕਰਨ ਦਾ ਤਰੀਕਾ, ਧੋ ਕੇ ਉਬਾਲਣਾ, ਫਿਰ ਸੁਕਾਉਣਾ। ਇਹ ਜਿਹੜਾ ਧੋ ਕੇ ਉਬਾਲਣ ਦਾ ਤਰੀਕਾ ਵਾ, ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਤਕਨੀਕ ਵਰਤੀ ਗਈ ਹੈ, ਜਿਹਦੇ ਵਿੱਚ ਪਾਣੀ ਦੇ ਵਿੱਚ ਨਹੀਂ ਇਹਨੂੰ ਉਬਾਲਣਾ, ਭਾਫ ਦੇ ਨਾਲ ਉਬਾਲਿਆ ਜਾਂਦਾ। ਬਜ਼ਾਰੀ ਮਿਲਾਵਟੀ ਹਲਦੀ ਇਹਨਾਂ ਦੁੱਧ ਦੇ ਵਿੱਚ ਪਾ ਕੇ ਜਾਂ ਪਾਣੀ 'ਚ ਪਾ ਕੇ ਨਹੀਂ ਵਰਤੀ ਜਾ ਸਕਦੀ। ਇਸ ਹਲਦੀ ਦਾ ਇਹੋ ਫਾਇਦਾ ਕਿ ਸ਼ੁੱਧ ਹੋਣ ਕਰਕੇ ਤੁਸੀਂ ਇਹਨੂੰ ਵਰਤ ਸਕਦੇ ਹੋ ਸਬਜ਼ੀ ਤੋਂ ਬਾਹਰੀ ਵੀ। ਕੀ ਕੋਈ ਪਹਿਚਾਣ ਹੈ ਇਸ ਤਰ੍ਹਾਂ ਦੀ ਜਿੱਥੋਂ ਆਮ ਬੰਦਾ ਪਹਿਚਾਣ ਕਰ ਸਕੇ ਵੀ ਇਹ ਜਿਹੜੀ ਨਕਲੀ ਹੈ, ਇਹਦੇ ਵਿੱਚ ਮਿਲਾਵਟ ਹੈ ਤੇ ਇਹ ਸ਼ੁੱਧ ਹਲਦੀ ਹੈ? ਮਿਲਾਵਟਖੋਰ ਜਿਹੜਾ ਹੈਗਾ ਬਹੁਤ ਜ਼ਿਆਦਾ ਸ਼ਾਤਰ ਹੋ ਗਿਆ, ਉਹ ਇਹੋ ਜਿਹੀਆਂ ਚੀਜ਼ਾਂ ਦੀ ਮਿਲਾਵਟ ਕਰ ਦਿੰਦਾ ਜਿਹੜੀਆਂ ਨੰਗੀ ਅੱਖ ਦੇ ਨਾਲ ਜਾਂ ਹੋਰ ਆਪਣੇ ਘਰੇਲੂ ਵਰਤੋਂ ਦੇ ਸਮਾਨ ਦੇ ਨਾਲ ਉਹਦੀ ਮਿਲਾਵਟ ਨਹੀਂ ਪਰਖੀ ਜਾ ਸਕਦੀ। ਕਿ ਜਿਹੜੀ ਬਾਜ਼ਾਰ ਚੋਂ ਮਿਲਣ ਵਾਲੀ ਹਲਦੀ ਦਾ ਵਾ, ਉਹਦੇ ਵਿੱਚ ਉਹ ਖੁਸ਼ਬੂ ਤੇ ਉਹਦਾ ਰੰਗ ਜਿਹੜਾ ਹੈਗਾ ਉਹ ਉਹੋ ਜਿਹਾ ਨਹੀਂ ਹੁੰਦਾ ਜਿਹੜਾ ਕੁਦਰਤੀ ਹਲਦੀ ਦਾ ਹੁੰਦਾ ਵਾ। ਅਜੇ ਯਾਦ ਆਈ ਹੁਣ ਗੱਲਾਂ ਦੇ ਵਿੱਚੋਂ ਕਿ ਇੱਕ ਭੈਣ ਜੀ ਹੋਣਾ ਨੇ ਅਮਰੀਕਾ ਦੇ ਵਿੱਚ ਜਾਣਾ ਸੀ ਤੇ ਇੱਥੋਂ ਹਲਦੀ ਲੈ ਕੇ ਗਏ। ਉਹ ਲਗਭਗ 2011 ਦੀ ਗੱਲ ਆ, ਔਰ ਪਿਛਲੇ ਸਾਲ ਮੈਨੂੰ ਉਹਨਾਂ ਦਾ ਫੋਨ ਆਇਆ ਕਿ ਵੀਰ ਜੀ, ਉਹਨਾਂ ਨੇ ਨੰਬਰ ਲੈ ਕੇ ਨੋਟ ਕਰਕੇ ਰੱਖਿਆ ਸੀ, ਵੀਰ ਜੀ ਅਸੀਂ ਇੱਥੇ ਆਉਣਾ ਔਰ ਅਸੀਂ ਹਲਦੀ ਲੈਣੀ ਆ, ਤੁਹਾਡੇ ਕੋਲ ਅਜੇ ਹੁੰਦੀ ਹੈ ਹਲਦੀ? ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਇੰਨਾ ਸਮਾਂ ਪੁਰਾਣੀ ਜਿਹੜੀ ਹੈਗੀ ਆ ਉਹਨਾਂ ਨੇ ਸਾਡਾ ਨੰਬਰ ਵੀ ਸਾਂਭ ਕੇ ਰੱਖਿਆ ਔਰ ਯਾਦ ਰੱਖਿਆ ਕਿ ਇੱਥੋਂ ਆਪਾਂ ਹਲਦੀ ਚੰਗੀ ਲੈ ਕੇ ਜਾਣੀ ਆ। ਪੰਜਾਬੀ ਲੋਕ ਚੈਨਲ ਤੇ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਅੱਜ ਅਸੀਂ ਆਪ ਜੀ ਨੂੰ ਇੱਕ ਐਸੀ ਸ਼ਖਸੀਅਤ ਨੂੰ ਮਿਲਾਉਣ ਜਾ ਰਹੇ ਹਾਂ ਜੋ ਕਿ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਰਹਿੰਦੇ ਨੇ ਤੇ ਆਪ ਸ਼ਹਿਦ, ਹਲਦੀ, ਮੱਕੀ ਦੀ ਪੈਦਾਵਾਰ ਕਰਕੇ ਖੁਦ ਵੇਚਦੇ ਆ। ਕੋਈ ਮਿਡਲਮੈਨ ਨਹੀਂ ਰੱਖਦੇ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਐਸੀਆਂ ਸ਼ਖਸੀਅਤਾਂ ਨੂੰ ਜ਼ਰੂਰ ਮਿਲਾਇਆ ਜਾਵੇ ਜਿਨ੍ਹਾਂ ਦੇ ਨਾਲ ਸਾਡੀ ਪੰਜਾਬੀ ਭਾਈਚਾਰੇ ਦਾ ਫਾਇਦਾ ਹੋ ਸਕੇ ਤੇ ਉਹ ਦੂਜਿਆਂ ਵਾਸਤੇ ਪ੍ਰੇਰਨਾ ਸਰੋਤ ਹੋਣ। ਹਾਂਜੀ ਭਾਈ ਯਾਦਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਲੋਕ ਚੈਨਲ ਦੇ ਸਾਰੇ ਦਰਸ਼ਕਾਂ ਦਾ ਸਤਿ ਸ਼੍ਰੀ ਅਕਾਲ, ਸਾਰੇ ਧੰਨਵਾਦ ਜੀ। ਅੱਜ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਯੂਨੀਵਰਸਿਟੀਆਂ ਦੇ ਕਿਸਾਨ ਮੇਲਿਆਂ ਦੇ ਵਿੱਚ ਤੇ ਸਰਕਾਰਾਂ ਵੱਲੋਂ ਪੂਰਾ ਜ਼ੋਰ ਲਗਾ ਕੇ ਕਿਹਾ ਜਾਂਦਾ ਹੈ ਕਿ ਆਪ ਜੀ ਝੋਨੇ ਦੇ ਤੇ ਕਣਕ ਦੇ ਫਸਲ ਤੋਂ ਬਾਹਰ ਆ ਕੇ
ਹੋਰ ਜਿਹੜੀਆਂ ਖੇਤੀਬਾੜੀ ਨੇ, ਹੋਰ ਜਿਨਸਾਂ ਨੇ, ਉਹਨਾਂ ਵੱਲ ਜ਼ਰੂਰ ਆਪ ਜੀ ਆਪਣੇ ਕਦਮ ਵਧਾਓ, ਉੱਧਰ ਚੱਲੋ। ਪਰ ਫਿਰ ਵੀ ਬਹੁਤ ਜ਼ੋਰ ਲਗਾਉਣ ਦੇ ਬਾਵਜੂਦ ਵੀ 98% ਜਿਹੜੇ ਕਿਸਾਨ ਹੈ ਉਹ ਸਿਰਫ ਝੋਨੇ ਤੇ ਕਣਕ ਤੇ ਆਸ਼ਰਿਤ ਨੇ। ਤੁਹਾਡਾ ਇਸ ਪਾਸੇ ਵੱਲ ਕਿ ਤੁਸੀਂ ਆਪ ਹਲਦੀ ਪੈਦਾ ਕਰਦੇ ਹੋ, ਆਪ ਹੀ ਸ਼ਹਿਦ ਪੈਦਾ ਕਰਵਾਉਂਦੇ ਹੋ ਤੇ ਨਾਲ ਹੀ ਮੱਕੀ ਦੀ ਵੀ ਖੇਤੀ ਕਰਦੇ ਹੋ ਆਰਗੈਨਿਕ ਤੌਰ ਤੇ, ਤੁਹਾਡੇ ਲਈ ਇਸ ਪਾਸੇ ਵੱਲ ਜਾਣ ਦਾ ਰੁਝਾਨ ਕਿਵੇਂ ਬਣਿਆ ਜੀ? ਹਾਂਜੀ, ਅਸਲ ਦੇ ਵਿੱਚ ਸਾਡਾ ਜਿਹੜਾ ਹੈਗਾ ਪਰਿਵਾਰ ਦਾ ਸਾਰੇ ਦਾ ਰੁਝਾਨ ਇਹ ਸੀ ਕਿ ਅਸੀਂ ਕੋਈ ਨਵੀਂ ਤਕਨੀਕ, ਨਵੀਂ ਜਾਣਕਾਰੀ ਤੇ ਸੁਧਰੇ ਬੀਜ ਲੈ ਕੇ ਤੇ ਖੇਤੀ ਨੂੰ ਮੁਨਾਫੇ ਵੱਲ ਲੈ ਕੇ ਜਾਈਏ ਜੀ। ਖੇਤੀ ਨਾਲ ਸੰਬੰਧਿਤ ਸਾਡਾ ਜਦੀ ਪੁਸ਼ਟੀ ਕੀਤਾ ਹੈਗਾ, ਔਰ ਪਰਿਵਾਰ ਸਾਡਾ ਸਿੱਖਿਆ ਦੇ ਨਾਲ ਜੁੜਿਆ ਹੋਇਆ। ਮੇਰੇ ਤਾਇਆ ਜੀ ਗਿਆਨੀ ਅਵਤਾਰ ਸਿੰਘ, ਉਹ ਪੰਜਾਬੀ ਟੀਚਰ ਰਿਟਾਇਰ ਹੋਏ ਨੇ, ਤੇ ਮੇਰੇ ਪਿਤਾ ਜੀ ਸੈਂਟਰ ਹੈਡ ਟੀਚਰ ਰਿਟਾਇਰ ਹੋਏ ਨੇ ਤਰਸਿੱਕਾ ਤੋਂ, ਔਰ ਮੇਰੇ ਮਦਰ ਵੀ ਰਿਟਾਇਰ ਹੋਏ ਨੇ ਹੈਡ ਟੀਚਰ। ਤੇ ਸਾਨੂੰ ਅਖਬਾਰਾਂ ਤੇ ਖੇਤੀ ਨਾਲ ਸੰਬੰਧਿਤ ਮੈਗਜ਼ੀਨ ਪੜ੍ਹਨ ਦਾ ਸ਼ੌਕ ਤੇ ਹੈਗਾ ਸੀ। ਨਾਲ ਡੈਡੀ ਹੁਣਾਂ ਵੱਲੋਂ ਕਿਸਾਨ ਮੇਲਿਆਂ ਦੇ ਵਿੱਚ ਜਾਣ ਦਾ ਜਿਹੜਾ ਹੈਗਾ ਰੁਝਾਨ ਸੀ, ਉਹ ਹੌਲੀ ਸਾਨੂੰ ਸਾਰਿਆਂ ਨੂੰ, ਸਾਰੇ ਪਰਿਵਾਰ ਨੂੰ ਉਹਦੇ ਵਿੱਚ ਲੈ ਕੇ ਗਿਆ। ਤੇ ਨਵੀਆਂ ਤਕਨੀਕਾਂ, ਨਵੇਂ ਸੰਦ, ਨਵੇਂ ਬੀਜ, ਉਹ ਸਾਰਾ ਕੁਝ ਜਿਹੜਾ ਹੈਗਾ ਇੰਪਲੀਮੈਂਟ ਕਰਨ ਦਾ ਜਿਹੜਾ ਚਾਅ ਹੁੰਦਾ, ਉਹ ਸਾਨੂੰ ਇਸ ਪਾਸੇ ਵੱਲ ਲੈ ਕੇ ਆਇਆ। ਤੁਹਾਡਾ ਰੁਝਾਨ ਕਿਵੇਂ ਪੈਦਾ ਹੋਇਆ ਜੀ, ਜਦ ਕਿ ਹਰ ਇੱਕ ਬੰਦਾ ਇਹ ਸੋਚਦਾ ਵੀ ਮੈਂ ਸਰਕਾਰੀ ਜੌਬ ਤੇ ਜਾਵਾਂ ਜਾਂ ਫਿਰ ਮੈਂ ਹੋਰ ਚੰਗੇ ਕੰਮ ਕਰਾਂ? ਕਿਸਾਨਾਂ ਵੱਲ ਤਾਂ ਸਾਡਾ ਜਿਹੜਾ ਰੁਝਾਨ ਬਹੁਤ ਘਟਿਆ, ਪਰ ਫਿਰ ਵੀ ਤੁਸੀਂ ਇਸ ਪਾਸੇ ਵੱਲ ਇੱਕ ਹੌਸਲਾ ਕੀਤਾ। ਤੇ ਸਭ ਤੋਂ ਪਹਿਲੇ ਤੁਸੀਂ ਇਹ ਦੱਸੋ ਸਾਡੇ ਦਰਸ਼ਕਾਂ ਨੂੰ ਵੀ ਤੁਸੀਂ ਕਿਹੜੀ ਚੀਜ਼ ਦੀ ਪੈਦਾਵਾਰ ਕਰਦੇ ਹੋ? ਅਸੀਂ ਪਿੰਡ ਚਗਾਵਾਂ ਸਾਧਪੁਰ, ਜਿਹੜਾ ਅੱਜ ਕੱਲ ਮਾਝੇ ਹਲਦੀ ਵਾਲੇ ਚਗਾਵਾਂ ਸਾਧਪੁਰ ਕਰਕੇ ਜਾਣਿਆ ਜਾਂਦਾ, ਉੱਥੇ ਹਲਦੀ, ਮੱਕੀ, ਬਾਸਮਤੀ ਦੇ ਚੌਲ, ਸ਼ਹਿਦ, ਇਹ ਸਾਰਾ ਕੁਝ ਆਪ ਪੈਦਾ ਕਰਕੇ ਤੇ ਵੇਚਦੇ ਹਾਂ, ਜਿਹਦੇ ਕਰਕੇ ਸਾਨੂੰ ਕਾਫੀ ਲੋਕਾਂ ਤੱਕ ਸਾਡੀ ਪਛਾਣ ਬਣੀ। ਪਛਾਣ ਸਾਡੇ ਪਰਿਵਾਰ ਦੇ ਤੌਰ ਦੇ ਉੱਤੇ ਪਹਿਲਾਂ ਹੀ ਹੈਗੀ ਸੀ ਕਿ ਕੁਝ ਅਗਾਂਹ ਵਧੂ ਸੋਚ ਰੱਖਦੇ ਆ, ਕੁਝ ਨਵੀਆਂ ਤਕਨੀਕਾਂ ਰੱਖਦੇ ਆ, ਔਰ ਖੇਤੀ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਇਨੋਵੇਸ਼ਨਸ ਹੋਈਆਂ ਵਾ, ਚਾਹੇ ਉਹ ਨਵੀਂ ਮਸ਼ੀਨਰੀ ਦੇ ਨਵੇਂ ਸੁਧਰੇ ਬੀਜਾਂ ਦੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੁਧਰੇ ਬੀਜਾਂ ਦੇ ਟ੍ਰਾਇਲ ਇਸੇ ਫੀਲਡ ਦੇ ਵਿੱਚ ਹੁੰਦੇ ਰਹੇ ਆ। ਤੇ ਉਹਦੇ ਨਾਲ ਨਵੇਂ ਡਾਕਟਰ VC ਸਾਹਿਬ ਵੀ ਇੱਥੇ ਹੋ ਕੇ ਗਏ ਨੇ, ਸਰਦਾਰ ਕਾਹਨ ਸਿੰਘ ਪੰਨੂ ਹੁਣੀ ਵੀ ਇੱਥੇ ਹੋ ਕੇ ਆਏ ਨੇ। ਇਹ ਸਾਰਾ ਕੁਝ ਜਿਹੜਾ ਹੈਗਾ ਵਾ, ਉਹ ਸਾਰੇ ਪਰਿਵਾਰ ਨੂੰ ਇੱਕ ਚਾਅ ਤੇ ਇੱਕ ਹੁਲਾਰਾ ਦਿੰਦਾ ਰਿਹਾ। ਖੇਤੀ ਇੱਕ ਚੰਗਾ ਕਿੱਤਾ ਵਾ ਜੇ ਚੰਗੇ ਤਰੀਕੇ ਦੇ ਨਾਲ ਕੀਤਾ ਜਾਵੇ। ਤੇ ਬਾਕੀ ਵਿਗਿਆਨੀ, ਯੂਨੀਵਰਸਿਟੀ ਦੇ ਵਿਗਿਆਨੀ, ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ, ਇਹ ਸਾਰਾ ਕੁਝ ਸਮੇਂ ਦੇ ਉੱਤੇ ਸਾਨੂੰ ਜਾਣਕਾਰੀ ਮੁਹੱਈਆ ਕਰਵਾਉਂਦਾ ਰਿਹਾ। ਉਸ ਜਾਣਕਾਰੀ ਦੇ ਤਹਿਤ ਸਾਨੂੰ ਅਸੀਂ ਨਵੀਆਂ ਤਕਨੀਕਾਂ, ਸੋਲਰ ਮੋਟਰ ਪੰਪ ਜਿਹੜਾ ਹੈਗਾ 2000 ਸਨ ਦੇ ਵਿੱਚ ਅਸੀਂ 2 ਹਾਰਸ ਪਾਵਰ ਦਾ ਲਾਇਆ ਸੀ, ਉਹ ਬੜੇ ਲੋਕਾਂ ਨੇ ਦੇਖਿਆ। ਅਸੀਂ ਲੈਜਰ ਲੈਵਲ ਜ਼ਮੀਨ ਪੱਧਰੀ ਕੀਤੀ, ਅਸੀਂ ਨਵੇਂ ਬੀਜ ਜਿਹੜੇ ਹੈਗੇ ਉਹ ਲੈ ਕੇ ਆਉਂਦੇ ਤੇ ਲੋਕਾਂ ਨੂੰ ਜਦੋਂ ਵੰਡੇ ਤੇ ਉਹ ਬਹੁਤ ਪਸੰਦ ਕਰਦੇ। ਔਰ 2010 ਸਨ ਦੇ ਵਿੱਚ ਅਸੀਂ 9-10 ਸਨ ਦੇ ਵਿੱਚ ਜਦੋਂ ਡ੍ਰਿਪ ਇਰੀਗੇਸ਼ਨ ਤੇ ਸਪ੍ਰਿੰਕਲਰ ਇਰੀਗੇਸ਼ਨ ਅਪਲਾਈ ਕੀਤੀ ਤੇ ਬਹੁਤ ਸਾਰਾ ਪਾਣੀ ਵੀ ਬਚਿਆ। ਉਹ ਨਵੀਆਂ ਤਕਨੀਕਾਂ ਜਿਹੜੀਆਂ ਹੈਗੀਆਂ ਉਹ ਸਾਨੂੰ ਤੇ ਚਾਅ ਦਿੰਦੀਆਂ ਸੀ, ਨਾਲ ਆਸੇ-ਪਾਸੇ ਦੇ ਇਲਾਕੇ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਸੀ। ਇਸ ਤਹਿਤ ਸਾਨੂੰ ਖੇਤੀਬਾੜੀ ਮਹਿਕਮੇ ਨੇ ਰਿਕਮੈਂਡ ਕਰਕੇ ਭੇਜਿਆ ਸਾਡੀਆਂ ਇਹਨਾਂ ਕੋਸ਼ਿਸ਼ਾਂ ਨੂੰ, ਤੇ ਸਾਨੂੰ ਦਿੱਲੀ ਵੱਲੋਂ, ਸੈਂਟਰ ਗਵਰਨਮੈਂਟ ਵੱਲੋਂ ਨੈਸ਼ਨਲ ਅਵਾਰਡ ਵੀ ਮਿਲਿਆ। ਸ਼ਰਦ ਪਵਾਰ ਹੁਣਾਂ ਨੇ ਅਵਾਰਡ ਦਿੱਤਾ ਸੀ 2010 ਦੇ ਵਿੱਚ। ਪੰਜਾਬ ਦੇ 3 ਕਿਸਾਨ ਹੈਗੇ ਸੀ, ਜਿਨ੍ਹਾਂ ਦੇ ਵਿੱਚੋਂ ਤਾਇਆ ਜੀ ਸਰਦਾਰ ਅਵਤਾਰ ਸਿੰਘ, ਉਹਨਾਂ ਨੂੰ ਆਪਣੇ ਯੋਗਦਾਨ, ਪਰਿਵਾਰ ਮੁਖੀ ਹੋਣ ਦੇ ਨਾਂ ਤੇ ਅਵਾਰਡ ਮਿਲਿਆ ਸੀ। ਤੁਸੀਂ ਸਾਂਝੇ ਰੂਪ ਦੇ ਪਰਿਵਾਰ ਵੱਲੋਂ ਇਹ ਕਿੱਤੇ ਨੂੰ ਅਪਣਾਇਆ ਗਿਆ ਜੀ, ਖੇਤੀਬਾੜੀ ਦੇ? ਹਾਂਜੀ, ਬਿਲਕੁਲ ਜੀ, ਸਾਰੇ ਪਰਿਵਾਰ ਦੇ ਸਾਂਝੇ ਕਿੱਤੇ ਨੂੰ ਅਪਣਾਇਆ ਗਿਆ। ਉਸ ਕਰਕੇ ਜਿਹੜਾ ਹੈਗਾ ਸਾਡਾ ਕਾਮਯਾਬੀ ਦਾ ਸਫ਼ਰ ਉੱਥੋਂ ਸ਼ੁਰੂ ਹੋਇਆ ਜੀ। ਤੁਸੀਂ ਜਿਹੜੀ ਹਲਦੀ ਹੈ ਉਹ ਕਿੰਨੇ ਕੁ ਏਰੀਏ ਦੇ ਵਿੱਚ ਪੈਦਾ ਕਰਦੇ ਹੋ ਜੀ? ਹਲਦੀ ਅਸੀਂ ਪੈਦਾ ਕਰਦੇ ਹਾਂ, ਇਸ ਸਾਲ 13 ਏਕੜ ਦੇ ਵਿੱਚ ਹਲਦੀ ਦੀ ਪੈਦਾਵਾਰ ਹੋਈ ਹੈ ਜੀ। ਤੇ ਇਹ ਸਾਰੀ ਜਿਹੜੀ ਤੁਸੀਂ ਹਲਦੀ ਵਗੈਰਾ ਪੈਦਾ ਕਰਦੇ ਹੋ, ਇਹ ਆਰਗੈਨਿਕ ਹੁੰਦੀ ਹੈ? ਹਾਂਜੀ, ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ 7 ਏਕੜ ਸਾਡੀ ਜਿਹੜੀ ਮਾਲਕੀ ਹੈ ਜ਼ਮੀਨ ਦੀ, ਉਹਦੇ ਵਿੱਚ ਆਰਗੈਨਿਕ ਤਰੀਕੇ ਨਾਲ ਤਿਆਰ ਕੀਤੀ ਹੁੰਦੀ ਆ। ਔਰ ਥੋੜਾ ਜਿਹਾ ਏਰੀਆ ਜਿਹੜਾ ਠੇਕੇ ਦਾ ਹੁੰਦਾ ਵਾ, ਉਹਨੂੰ ਕਨਵਰਟ ਕਰਨ ਨੂੰ 3-4 ਸਾਲ ਲੱਗ ਜਾਂਦੇ ਆ।
ਉਹਦੇ ਵਿੱਚ ਕੋਸ਼ਿਸ਼ ਇਹੋ ਕਰੀਦੀ ਆ ਕਿ ਉਹਦੇ ਵਿੱਚ ਪਾਇਆ ਕੁਝ ਨਾ ਜਾਵੇ, ਪਰ ਆਰਗੈਨਿਕ ਦਾ ਸਰਟੀਫਿਕੇਟ ਉਹਨਾਂ ਦੇ ਲਈ ਨਹੀਂ ਹੈਗਾ, ਸਾਡੇ 7 ਏਕੜ ਦੇ ਲਈ ਹੈਗਾ। ਔਰ ਪੈਦਾਵਾਰ ਜਿਹੜੀ ਹੈਗੀ ਕੁਦਰਤੀ ਤਰੀਕੇ ਨਾਲ ਹੀ ਹੁੰਦੀ ਆ ਸਾਰੇ ਦੇ ਵਿੱਚ। ਇਹ ਜਿਹੜਾ ਆਰਗੈਨਿਕ ਤੌਰ ਤੇ ਤੁਸੀਂ ਖੇਤੀ ਕਰਦੇ ਹੋ, ਇਸ ਵਾਸਤੇ ਕੋਈ ਸਰਟੀਫਿਕੇਟ ਦੀ ਵੀ ਲੋੜ ਰਹਿੰਦੀ ਹੈ? ਇਹ ਪੰਜਾਬ ਐਗਰੋ ਵੱਲੋਂ ਸਾਨੂੰ ਸਰਟੀਫਿਕੇਟ ਮਿਲਿਆ ਜਿਹੜਾ ਆਰਗੈਨਿਕ ਦਾ, ਔਰ ਇਹ ਪੰਜਾਬ ਸਰਕਾਰ ਦੀ ਇੱਕ ਪਹਿਲ ਹੈਗੀ ਸੀ ਕਿ ਜਿਹੜੇ ਕਿਸਾਨ ਕੁਦਰਤੀ ਖੇਤੀ ਕਰਦੇ ਆ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਜਾਵੇ, ਜਾਂ ਉਹਨਾਂ ਦੀ ਜਿਹੜੀ ਇੱਕ ਪਛਾਣ ਆ ਆਰਗੈਨਿਕ ਦੇ ਨਾਂ ਦੇ ਉੱਤੇ ਪਛਾਣ ਆ ਉਹ ਮੁਹੱਈਆ ਕਰਵਾਈ ਜਾਵੇ। ਉੱਦਾਂ ਬਹੁਤ ਸਾਰੇ ਕਿਸਾਨ ਕਰਦੇ ਆ, ਪਰ ਸਰਟੀਫਿਕੇਟ ਖੁਣੋਂ ਜਿਹੜਾ ਹੈਗਾ ਉਹਨਾਂ ਦੇ ਰਹਿ ਜਾਂਦਾ ਕੰਮ। ਤੇ ਜਿਵੇਂ ਤੁਸੀਂ ਹਲਦੀ ਪੈਦਾ ਕਰਦੇ ਹੋ ਆਰਗੈਨਿਕ, ਜਿਹੜੀ ਬਾਜ਼ਾਰੋਂ ਸਾਨੂੰ ਹਲਦੀ ਮਿਲਦੀ ਹੈ ਉਸ ਨਾਲੋਂ ਇਹ ਕਿਵੇਂ ਡਿਫਰੈਂਟ, ਕਿਵੇਂ ਅਲੱਗ ਹੈ? ਬਿਲਕੁਲ ਜੀ, ਇਹ ਬਹੁਤ ਸਹੀ ਸਵਾਲ ਹੈ। ਸਮੇਂ ਦੀ ਲੋੜ ਹੈ ਕਿ ਇਹ ਚੀਜ਼ ਜਿਹੜੀ ਬਾਜ਼ਾਰ ਦੇ ਵਿੱਚ ਮਿਲਦੀ ਆ ਉਹ ਤੁਸੀਂ ਜਦੋਂ ਖਾਂਦੇ ਜੇ ਉਹ ਤੁਹਾਨੂੰ ਕੀ ਫਾਇਦਾ ਦਿੰਦੀ ਹੈ, ਕੀ ਨੁਕਸਾਨ ਦਿੰਦੀ ਹੈ। ਬਾਜ਼ਾਰ 'ਚ ਮਿਲਣ ਵਾਲੀਆਂ ਮੁਨਾਫਾਖੋਰਾਂ ਨੇ ਚੀਜ਼ਾਂ ਦੇ ਵਿੱਚ ਮਿਲਾਵਟਾਂ ਕੀਤੀਆਂ ਹੁੰਦੀਆਂ ਵਾ, ਉਹ ਮਿਲਾਵਟ ਕਰਕੇ ਸਾਡੀ ਸਿਹਤ ਦਾ ਧਿਆਨ ਨਹੀਂ ਰੱਖਦੇ। ਦੁੱਧ, ਦਹੀਂ, ਪਨੀਰ, ਮਸਾਲੇ, ਸਾਰਾ ਕੁਝ ਦੇ ਵਿੱਚ ਮਿਲਾਵਟਾਂ ਪੈਂਦੀਆਂ। ਹਲਦੀ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਮਿਲਾਵਟਾਂ ਹੁੰਦੀਆਂ, ਰੰਗ ਮਿਲਾਵਟ ਕਰਕੇ, ਤੇ ਉਹ ਆਪਣਾ ਪੈਦਾਵਾਰ ਵਧਾਉਣ ਦੇ ਲਈ, ਚਮਕ ਦਿਖਾਉਣ ਦੇ ਲਈ ਉਹ ਕਰਕੇ ਤੇ ਵੇਚ ਦਿੰਦੇ ਆ, ਜਿਹੜਾ ਸਰੀਰ ਨੂੰ ਨੁਕਸਾਨ ਕਰਦਾ। ਅਸੀਂ ਸਿੱਧੀ ਮਾਰਕੀਟਿੰਗ ਜਦੋਂ ਕਰਦੇ ਹਾਂ ਤੇ ਇਹਦੇ ਵਿੱਚ ਆਪਣੀ ਚੀਜ਼ ਨੂੰ ਅਸੀਂ ਆਪ ਵੇਚਦੇ ਹਾਂ, ਔਰ ਉਹਦੇ ਵਿੱਚ ਮਿਲਾਵਟ, ਪਹਿਲੀ ਗੱਲ ਹੈਗੀ ਆ ਕਿ ਇਹ ਮਿਲਾਵਟ ਨਹੀਂ ਹੁੰਦੀ। ਦੂਸਰੀ ਗੱਲ, ਇਹਦੇ ਵਿੱਚ ਜਿਹੜਾ ਅਸੀਂ ਪ੍ਰੋਸੈਸ ਕਰਨ ਦਾ ਤਕਨੀਕਾਂ ਵਰਤੀਆਂ ਨੇ ਉਹ ਬਹੁਤ ਜ਼ਿਆਦਾ ਉੱਤਮ ਹੁੰਦੀਆਂ ਨੇ। ਉਹਦੇ ਵਿੱਚ ਬੀਜਣ ਤੋਂ ਸ਼ੁਰੂ ਹੋ ਜਾਂਦਾ ਕੰਮ ਕਿ ਅਸੀਂ ਬਿਜਾਈ ਜਿਹੜੀ ਹੈਗੀ ਕੁਦਰਤੀ ਤਰੀਕੇ ਨਾਲ ਕਰਦੇ ਹਾਂ, ਜਿਹਦੇ ਵਿੱਚ ਖਾਦਾਂ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ, ਤਾਂ ਕਰਕੇ ਉਹ ਚੀਜ਼ ਆ। ਪਹਿਲੀ ਗੱਲ ਆ ਕਿ ਬਿਜਾਈ ਦੇ ਵਿੱਚ ਠੀਕ ਹੋ ਗਿਆ। ਦੂਸਰਾ, ਇਹਨੂੰ ਪ੍ਰੋਸੈਸ ਕਰਨ ਦਾ ਤਰੀਕਾ, ਧੋ ਕੇ ਉਬਾਲਣਾ ਫਿਰ ਸੁਕਾਉਣਾ। ਇਹ ਜਿਹੜਾ ਧੋ ਕੇ ਉਬਾਲਣ ਦਾ ਤਰੀਕਾ ਵਾ, ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਤਕਨੀਕ ਵਰਤੀ ਗਈ ਹੈ, ਜਿਹਦੇ ਵਿੱਚ ਪਾਣੀ ਦੇ ਵਿੱਚ ਨਹੀਂ ਇਹਨੂੰ ਉਬਾਲਣਾ, ਭਾਫ ਦੇ ਨਾਲ ਉਬਾਲਿਆ ਜਾਂਦਾ। ਜਿਹੜੀ ਭਾਫ ਦੇ ਨਾਲ ਉਬਾਲਣ ਦੇ ਨਾਲ ਹਲਦੀ ਦੇ ਵਿੱਚ ਜ਼ਰੂਰੀ ਤੱਤ ਹੁੰਦੇ ਨੇ। ਸਭ ਤੋਂ ਜ਼ਿਆਦਾ ਪਛਾਣਿਆ ਜਾਣ ਵਾਲਾ ਤੱਤ ਕਰਕੂਮਿਨ, ਜ਼ਰੂਰੀ ਤੇਲ ਅਤੇ ਇਹਦਾ ਰੰਗ, ਉਹ ਸਾਰਾ ਕੁਝ ਜਿਹੜਾ ਹੈਗਾ ਉਹ ਪਾਣੀ 'ਚ ਘੁਲ ਕੇ ਖਰਾਬ ਨਹੀਂ ਹੁੰਦਾ, ਸਗੋਂ ਭਾਫ ਦੇ ਨਾਲ ਉਬਲਣ ਕਰਕੇ ਵਿੱਚੇ ਰਹਿ ਜਾਂਦਾ। ਉਹਦੇ ਕਰਕੇ ਇਹਦੀ ਕੁਆਲਿਟੀ ਹੋਰ ਜ਼ਿਆਦਾ ਵੱਧ ਜਾਂਦੀ ਆ, ਔਰ ਬਾਜ਼ਾਰੀ ਹਲਦੀ ਨਾਲੋਂ ਇਹ ਮਹਿਕ ਬਹੁਤ ਜ਼ਿਆਦਾ ਹੁੰਦੀ ਆ। ਇਹਦੇ ਵਿੱਚ ਇਹਦੀ ਵਰਤੋਂ ਸਬਜ਼ੀ ਦੇ ਵਿੱਚ ਘੱਟ ਹੁੰਦੀ ਆ। ਔਰ ਸਭ ਤੋਂ ਵੱਡੀ ਚੀਜ਼ ਹੈਗੀ ਆ ਕਿ ਹਲਦੀ ਨੂੰ ਔਸ਼ਧੀ ਗੁਣਾ ਕਰਕੇ, ਇਹਦੇ ਮੈਡੀਸਨਲ ਵੈਲਿਊਜ਼ ਕਰਕੇ ਵੀ ਕਈ ਲੋਕ ਸਾਡੇ ਕੋਲ ਲੈ ਕੇ ਜਾਂਦੇ ਆ ਕਿ ਕਿਸੇ ਦੇ ਸੱਟ ਲੱਗੀ ਆ, ਦੁੱਧ 'ਚ ਪਾ ਕੇ ਪੀਣ ਨੂੰ ਲੈ ਕੇ ਜਾਂਦਾ। ਕਿਸੇ ਨੇ ਨੂੰ ਡਾਕਟਰ ਨੇ ਆਖਿਆ ਕਿ ਦਿਲ ਦਾ ਰੋਗ ਆ ਤੇ ਉਹ ਕੋਲੈਸਟਰੋਲ ਠੀਕ ਕਰਨ ਨੂੰ ਵਰਤਣੀ ਆ, ਉਹ ਲੈ ਕੇ ਜਾਂਦੇ ਆ। ਕਈ ਹੋਰ ਇਹਦੇ ਫਾਇਦੇ ਮਿਲ ਜਾਂਦੇ ਆ, ਤਾਂ ਕਰਕੇ ਇਹ ਉਹਨਾਂ ਚੀਜ਼ਾਂ ਦੇ ਵਿੱਚ ਫਾਇਦਾ ਦਿੰਦੀ ਆ। ਬਾਜ਼ਾਰੀ ਮਿਲਾਵਟੀ ਹਲਦੀ ਇਹਨਾਂ ਦੁੱਧ ਦੇ ਵਿੱਚ ਪਾ ਕੇ ਜਾਂ ਪਾਣੀ 'ਚ ਪਾ ਕੇ ਨਹੀਂ ਵਰਤੀ ਜਾ ਸਕਦੀ। ਇਸ ਹਲਦੀ ਦਾ ਇਹੋ ਫਾਇਦਾ ਕਿ ਸ਼ੁੱਧ ਹੋਣ ਕਰਕੇ ਤੁਸੀਂ ਇਹਨੂੰ ਵਰਤ ਸਕਦੇ ਹੋ ਸਬਜ਼ੀ ਤੋਂ ਬਾਹਰੀ ਵੀ। ਕੀ ਕੋਈ ਪਹਿਚਾਣ ਹੈ ਇਸ ਤਰ੍ਹਾਂ ਦੀ ਜਿੱਥੋਂ ਆਮ ਬੰਦਾ ਪਹਿਚਾਣ ਕਰ ਸਕੇ ਵੀ ਇਹ ਜਿਹੜੀ ਨਕਲੀ ਹੈ, ਇਹਦੇ ਵਿੱਚ ਮਿਲਾਵਟ ਹੈ ਤੇ ਇਹ ਸ਼ੁੱਧ ਹਲਦੀ ਹੈ? ਕੋਈ ਇਸ ਤਰ੍ਹਾਂ ਦੀ ਤੁਹਾਡੇ ਕੋਲ ਟੈਕਨੀਕ ਦੱਸ ਸਕਦੇ ਹੋ ਵੀ ਜਿਹਦੇ ਨਾਲ ਪਹਿਚਾਣ ਕੀਤੀ ਜਾ ਸਕੇ? ਇੱਕ ਅੱਜ ਕੱਲ ਜਿਹੜਾ ਹੈਗਾ ਵਾ ਮਿਲਾਵਟਖੋਰ ਜਿਹੜਾ ਹੈਗਾ ਬਹੁਤ ਜ਼ਿਆਦਾ ਸ਼ਾਤਰ ਹੋ ਗਿਆ। ਉਹ ਇਹੋ ਜਿਹੀਆਂ ਚੀਜ਼ਾਂ ਦੀ ਮਿਲਾਵਟ ਕਰ ਦਿੰਦਾ ਜਿਹੜੀਆਂ ਨੰਗੀ ਅੱਖ ਦੇ ਨਾਲ ਜਾਂ ਹੋਰ ਆਪਣੇ ਘਰੇਲੂ ਵਰਤੋਂ ਦੇ ਸਮਾਨ ਦੇ ਨਾਲ ਉਹਦੀ ਮਿਲਾਵਟ ਨਹੀਂ ਪਰਖੀ ਜਾ ਸਕਦੀ। ਫਿਰ ਵੀ ਕੁਝ ਇੰਟਰਨੈਟ ਦੇ ਉੱਤੇ ਤਰੀਕੇ ਹੈਗੇ ਜਿਨ੍ਹਾਂ ਦੇ ਨਾਲ ਥੋੜ੍ਹੀ ਬਹੁਤੀ ਮਿਲਾਵਟ ਜਿਹੜੀ ਹੈਗੀ ਸਿੰਥੈਟਿਕ ਰੰਗਾਂ ਦੀ ਕੀਤੀ ਜਾ ਸਕਦੀ ਹੈ, ਪਤਾ ਕੀਤੀ ਜਾ ਸਕਦੀ ਆ। ਪਰ ਜਿਹੜਾ ਸਿੱਧੀ ਮੁੱਢਲੀ ਪਛਾਣ ਆ ਜਾਂਦੀ ਹੈ ਕਿ ਜਿਹੜੀ ਬਾਜ਼ਾਰ 'ਚੋਂ ਮਿਲਣ ਵਾਲੀ ਹਲਦੀ ਦਾ ਵਾ, ਉਹਦੇ ਵਿੱਚ ਉਹ ਖੁਸ਼ਬੂ ਤੇ ਉਹਦਾ ਰੰਗ ਜਿਹੜਾ ਹੈਗਾ ਉਹ ਉਹੋ ਜਿਹਾ ਨਹੀਂ ਹੁੰਦਾ ਜਿਹੜਾ ਕੁਦਰਤੀ ਹਲਦੀ ਦਾ ਹੁੰਦਾ ਵਾ। ਜਦੋਂ ਤੁਸੀਂ ਸਾਡੀ ਹਲਦੀ ਮਾਝੇ ਦੀ ਜਦੋਂ ਹਲਦੀ ਕੋਈ ਵੀ ਲੈਂਦਾ ਵਾ, ਉਹ ਇੱਕ ਤੇ ਥੋੜ੍ਹੀ ਠੰਡੀ ਹੁੰਦੀ ਆ, ਤੇਲ ਵਾਲੀ ਹਲਦੀ ਆ। ਦੂਸਰੀ ਗੱਲ ਹੈਗੀ ਆ ਕਿ ਉਹਦੀ ਮਹਿਕ ਬੰਦ ਲਿਫਾਫੇ ਦੇ ਵਿੱਚੋਂ ਹੀ ਬਾਹਰ ਆਉਂਦੀ। ਉਹ ਪਹਿਲਾ ਹੀ ਪੁਆਇੰਟ ਜਿਹੜਾ ਹੈਗਾ ਵਾ ਉਹ ਖਰੀਦਦਾਰ ਨੂੰ ਪ੍ਰਭਾਵਿਤ ਕਰਦਾ ਕਿ ਹਾਂ ਇਹੋ ਜਿਹੀ ਚੀਜ਼ ਆਪਾਂ ਪਹਿਲੀ ਵਾਰੀ ਵੇਖੀ ਆ, ਇਹ ਚੀਜ਼ ਵਾਕਿਆ ਬਾਜ਼ਾਰ ਨਾਲੋਂ ਵੱਖਰੀ ਆ। ਇਹ ਮੁੱਢਲੀਆਂ ਦੋ ਪਛਾਣਾਂ ਨੇ। ਬਾਕੀ ਲੈਬੋਰਟਰੀ ਦੇ ਵਿੱਚ ਪਰਖ ਜਿਹੜੀ ਹੈਗੀ ਆ ਉਹ ਹੀ ਦੱਸ ਸਕਦੀ ਹੈ ਕਿ ਇਹਦੇ ਵਿੱਚ ਕਿੰਨੀ ਕੁ ਮਿਲਾਵਟ ਹੈਗੀ ਆ। ਤੇ ਜਿਹੜੀ ਆਮ ਬਾਜ਼ਾਰੋਂ ਸਾਨੂੰ ਹਲਦੀ ਮਿਲਦੀ ਹੈ ਤੇ ਤੁਸੀਂ ਡਾਇਰੈਕਟ ਤੌਰ ਤੇ ਵੇਚਦੇ ਹੋ, ਇਹਦੇ ਰੇਟ ਦੇ ਵਿੱਚ ਕਿੰਨਾ ਕੁ ਅੰਤਰ ਹੁੰਦਾ ਜੀ?
ਕਿਉਂਕਿ ਤੁਸੀਂ ਇੱਕ ਡਾਇਰੈਕਟ ਵੇਚਦੇ ਹੋ, ਕੋਈ ਮਿਡਲ ਮੈਨ ਨਹੀਂ ਰੱਖਦੇ, ਕੋਈ ਐਡਵਰਟਾਈਜ਼ਮੈਂਟ ਬਹੁਤੀਆਂ ਨਹੀਂ ਦਿੰਦੇ ਹੋ, ਤੇ ਨੈਚੁਰਲੀ ਇਹ ਵੀ ਤੁਹਾਡਾ ਜਿਹੜਾ ਸਮਾਨ ਹੁੰਦਾ ਹੈ ਆਮ ਬਾਜ਼ਾਰਾਂ ਨਾਲੋਂ ਤਾਂ ਥੋੜਾ ਬਹੁਤ ਸਸਤਾ ਹੁੰਦਾ ਹੋਵੇਗਾ। ਬਿਲਕੁਲ ਜੀ, ਜਿਹੜੀ ਠੱਪਾ ਲੱਗ ਕੇ ਆਰਗੈਨਿਕ ਹਲਦੀ ਵਿਕਦੀ ਆ ਉਹ 400 300 ਤੋਂ ਲੈ ਕੇ 400 500 ਤੱਕ ਵਿਕ ਜਾਂਦੀ ਹੈ, ਤੇ ਜੇ ਵਿਦੇਸ਼ਾਂ ਦੇ ਵਿੱਚ ਹੁੰਦੀ ਹੈ ਤੇ ਉਹ ਬਹੁਤ ਜ਼ਿਆਦਾ ਮਹਿੰਗੀ ਵਿਕਦੀ ਹੈ। ਸਾਡਾ ਜਿਹੜਾ ਹੈਗਾ ਵਾ ਉਹ ਬਾਜ਼ਾਰ ਦੇ ਵਿੱਚ ਮਿਲਣ ਵਾਲੀ ਹਲਦੀ ਦੇ ਬਰਾਬਰ ਦਾ ਹੀ, ਲਗਭਗ ਬਰਾਬਰ ਦਾ ਹੀ ਰੇਟ ਅਸੀਂ ਰੱਖਿਆ ਵਾ, ਪਰ ਉਹਦੇ ਵਿੱਚ ਬਾਜ਼ਾਰੀ ਦੇ ਵਿੱਚ ਮਿਲਾਵਟਾਂ ਹੋਣ ਕਰਕੇ ਉਹ ਮਹਿੰਗੀ ਪੈਂਦੀ ਆ, ਸਿਹਤ ਨੂੰ ਨੁਕਸਾਨ ਕਰਦੀ ਆ। ਇਹ ਸ਼ੁੱਧ ਹੋਣ ਕਰਕੇ 2 ਗੁਣਾ ਚੱਲਦੀ ਹੈ, ਬਾਜ਼ਾਰੀ ਨਾਲੋਂ ਅੱਧੀ ਪੈਣ ਕਰਕੇ ਇਹ ਸਸਤੀ ਪੈ ਗਈ ਗਾਹਕ ਨੂੰ। ਔਰ ਦੂਸਰਾ ਉਹਦੇ ਬੈਨੀਫਿਟ ਜਿਹੜੇ ਹੈਗੇ ਉਹ ਸਿਹਤ ਨੂੰ ਹਾਰਮਫੁਲ ਕੈਮੀਕਲਸ ਦਾ ਨੁਕਸਾਨ ਨਹੀਂ ਹੁੰਦਾ, ਸ਼ੁੱਧ ਹੋਣ ਕਰਕੇ ਉਹ ਤੁਹਾਡੀ ਸਿਹਤ ਨੂੰ ਲੰਮੇ ਤੌਰ ਦੇ ਉੱਤੇ ਠੀਕ ਰੱਖਦੀ ਹੈ, ਤਾਂ ਕਰਕੇ ਉਹਦਾ ਠੀਕ ਹੈ। ਬਾਕੀ ਬਾਜ਼ਾਰੀ ਨਾਲੋਂ ਥੋੜਾ ਜਿਹਾ ਇਹਦਾ ਰੇਟ ਦਾ ਜਿਹੜਾ ਹੈਗਾ ਫਰਕ ਹੈਗਾ। ਜਿਵੇਂ ਸਭ ਤੋਂ ਵੱਧ ਜਿਹੜੀ ਤੁਹਾਡੀ ਪੈਦਾਵਾਰ ਹਲਦੀ ਕਰਦੇ ਹੋ ਕਿ ਸ਼ਹਿਦ ਕਰਦੇ ਹੋ, ਜਾਂ ਕਿਹੜੀ ਫਸਲ ਦੀ ਪੈਦਾਵਾਰ ਤੁਸੀਂ ਸਭ ਤੋਂ ਵੱਧ ਕਰਦੇ ਹੋ? ਸ਼ਹਿਦ ਦੀ ਪੈਦਾਵਾਰ ਅਸੀਂ ਡੈਡੀ ਉਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਦੋਂ ਬੀ ਕੀਪਿੰਗ ਦੀ ਟ੍ਰੇਨਿੰਗ ਕੀਤੀ ਆ 83 ਦੇ ਵਿੱਚ, ਉਸ ਸਮੇਂ ਤੋਂ ਬੀ ਕੀਪਿੰਗ ਦੀ ਸ਼ੁਰੂਆਤ ਕੀਤੀ ਔਰ ਹੌਲੀ ਹੌਲੀ ਇਹ ਜਿਹੜਾ ਹੈਗਾ ਬੀ ਕੀਪਿੰਗ ਦਾ ਕੰਮ ਸ਼ਹਿਦ ਦੀ ਪੈਦਾਵਾਰ ਕੀਤੀ। ਬਾਅਦ ਵਿੱਚ ਹਲਦੀ ਦੀ ਪੈਦਾਵਾਰ 2008 ਤੋਂ ਸ਼ੁਰੂ ਕੀਤੀ ਆ। ਇਸ ਵੇਲੇ ਹਲਦੀ ਦੀ ਪੈਦਾਵਾਰ ਸਾਡੀ ਜਿਹੜੀ ਹੈਗੀ ਆ ਉਹ ਜ਼ਿਆਦਾ, ਔਰ ਲੋਕਾਂ ਦਾ ਹੁੰਗਾਰਾ ਬਹੁਤ ਜ਼ਿਆਦਾ ਮਿਲਿਆ। ਸ਼ਹਿਦ ਦੇ ਬੀ ਕੀਪਰ ਜਿਹੜੇ ਹੈਗੇ ਉਹ ਹੋਰ ਵੀ ਜ਼ਿਆਦਾ ਹੌਲੀ ਹੌਲੀ ਸ਼ੁਰੂ ਹੋ ਗਏ। ਉਹ ਜਦੋਂ ਦੇਖਦੇ ਸੀਗੇ ਡੈਡੀ ਹੁਣਾਂ ਦੇ ਕੰਮ, ਔਰ ਉਹਨਾਂ ਨੇ ਬਹੁਤ ਵਧੀਆ ਤਰੀਕੇ ਦਾ ਇੱਕ ਚਾਅ ਦੇ ਨਾਲ ਕੰਮ ਜਿਹੜਾ ਹੈਗਾ ਲੋਕਾਂ ਨੂੰ ਸਿਖਾਇਆ ਕਿ ਸਹਾਇਕ ਧੰਦੇ ਵਰਤੋ। ਜਿਸ ਤਰ੍ਹਾਂ ਤੁਸੀਂ ਘਰਾਂ ਦੇ ਵਿੱਚ ਦੁੱਧ ਜੋੜਦੇ ਜੇ, ਘਿਓ ਬਣਾਉਂਦੇ ਜੇ, ਘਿਓ ਜੋੜਦੇ, ਇਸੇ ਤਰ੍ਹਾਂ ਹੀ ਤੁਸੀਂ 2 4 5 10 ਬਕਸੇ ਰੱਖ ਕੇ ਤੇ ਆਪਣਾ ਮੱਖੀਆਂ ਦਾ ਕੰਮ ਸ਼ੁਰੂ ਕਰੋਗੇ ਤੇ ਉਹ ਤੁਹਾਡੇ ਘਰ ਦੀ ਆਮਦਨ ਦੇ ਵਿੱਚ ਸਹਿਯੋਗ ਦਊਗਾ। ਸ਼ਹਿਦ ਦਾ ਕੰਮ ਨਾਲ ਹਲਦੀ ਦਾ ਕੰਮ ਜਿਹੜਾ ਹੈਗਾ ਉਹ ਸਾਡਾ ਮੇਜਰ ਆ। ਬਾਕੀ ਹਲਦੀ ਤੋਂ ਜਦੋਂ ਪੈਲੀ ਖਾਲੀ ਹੁੰਦੀ ਆ ਉਸ ਵੇਲੇ ਅਸੀਂ ਦਾਲਾਂ ਵੀ ਬੀਜ ਦਿੰਦੇ ਹਾਂ, ਜਿੰਨੀਆਂ ਕੁ ਦਾਲਾਂ ਉਹਦੇ ਵਿੱਚੋਂ ਨਿਕਲਦੀਆਂ ਉਹ ਅਸੀਂ ਆਪ ਉਹਨਾਂ ਦੀ ਮਾਰਕੀਟਿੰਗ ਕਰਦੇ ਹਾਂ। ਥੋੜਾ ਜਿਹਾ ਏਰੀਆ ਜਿਹਦੇ ਵਿੱਚ ਹਲਦੀ ਨਹੀਂ ਲੱਗਦੀ ਉਹਦੇ ਵਿੱਚ ਕਣਕ ਤੇ ਬਾਸਮਤੀ ਜਿਹੜੀ ਹੈਗੀ ਉਹ ਉਗਾਈ ਜਾਂਦੀ ਆ। ਤੇ ਇਸ ਵੇਲੇ ਤੁਸੀਂ ਹਾਂਜੀ ਜਿਵੇਂ ਤੁਸੀਂ ਵੇਲੇ ਮੱਕੀ ਦੀ ਜਿਹੜੀ ਹੈਗੀ ਖੇਤੀ ਕੀਤੀ ਆ। ਅੱਛਾ ਜੀ, ਜਿਵੇਂ ਆਪ ਜੀ ਨੇ ਹਲਦੀ ਦੇ ਅੰਤਰ ਦੱਸਿਆ ਵੀ ਜਿਹੜੀ ਬਾਜ਼ਾਰੋਂ ਮਿਲਾਵਟੀ ਹਲਦੀ ਮਿਲਦੀ ਹੈ, ਅੱਜ ਕੱਲ ਸ਼ਹਿਦ ਦਾ ਵੀ ਬੜੀਆਂ ਗਲਤ ਧਾਰਨਾਵਾਂ ਨੇ, ਉਹ ਕਿਹੜੀਆਂ ਗਲਤ ਧਾਰਨਾਵਾਂ ਦੱਸ ਸਕਦੇ ਹੋ ਸ਼ਹਿਦ ਬਾਬਤ? ਵੀ ਕਈ ਵਾਰੀ ਆਮ ਕਿਹਾ ਜਾਂਦਾ ਵੀ ਜਿਹੜਾ ਸ਼ਹਿਦ ਜੰਮ ਜਾਵੇ ਉਹ ਨਕਲੀ ਹੁੰਦਾ ਹੈ ਜਾਂ ਉਹਦੇ ਵਿੱਚ ਖੰਡ ਮਿਲੀ ਹੁੰਦੀ ਹੈ, ਕੀ ਇਸ ਤਰ੍ਹਾਂ ਹੈ? ਜੀ ਇੱਕ ਧਾਰਨਾਵਾਂ ਦੀ ਗੱਲ ਜੇ ਮੈਂ ਕਰਾਂ ਤੇ ਉਹ ਤੇ ਧਾਰਨਾਵਾਂ ਆਮ ਸਾਡੇ ਅਨਪੜ੍ਹਤਾ ਕਰਕੇ ਜਾਂ ਗਿਆਨ ਦੀ ਘਾਟ ਕਰਕੇ ਪੈਦਾ ਹੋ ਗਈਆਂ। ਕੁਝ ਫੇਰੀ ਵਾਲੇ, ਕੋਈ ਬਾਜੀਗਰ ਜਾਂ ਹੋਰ ਕਿਸਮ ਦੇ ਲੋਕ ਬਾਲਟੀਆਂ ਦੇ ਵਿੱਚ ਸ਼ਹਿਦ ਦਾ ਛੱਤਾ ਪਾ ਕੇ ਤੇ ਥਾਂ ਥਾਂ ਦੇ ਉੱਤੇ ਜਾ ਕੇ ਉਹ ਮਾਰਕੀਟਿੰਗ ਕਰਦੇ ਰਹੇ ਆ। ਉਹ ਆਮ ਭੋਲੇ ਭਾਲੇ ਲੋਕਾਂ ਨੂੰ ਇਹ ਕਹਿ ਕੇ ਵੇਚਦੇ ਰਹੇ ਕਿ ਅਸੀਂ ਆਪ ਚੋ ਕੇ ਲੈ ਕੇ ਆਏ ਆ, ਤੇ ਜਿਹੜਾ ਇਹ ਜੰਮਿਆ ਸ਼ਹਿਦ ਵਾ ਉਹ ਨੁਕਸਾਨ ਕਰਦਾ ਵਾ, ਉਹ ਖਰਾਬ ਹੁੰਦਾ, ਖੰਡ ਪਾਈ ਹੁੰਦੀ ਆ। ਜਦੋਂ ਕਿ ਉਹਨਾਂ ਨੇ ਗਲਤ ਤਰੀਕੇ ਦਾ ਤਿਆਰ ਕੀਤਾ, ਗਲਤ ਲੋਕਾਂ ਨੂੰ ਗਲਤ ਜਾਣਕਾਰੀ ਦੇ ਦਿੱਤੀ। ਉਹੋ ਹੀ ਪੱਕੀਆਂ ਜਿਹੜੀਆਂ ਹੈਗੀਆਂ ਧਾਰਨਾਵਾਂ ਲੋਕਾਂ ਦੇ ਦਿਮਾਗ ਦੇ ਵਿੱਚ ਪੈ ਗਈਆਂ। ਜਦੋਂ ਕਿ ਇਹ ਜਿਹੜਾ ਜੰਮਿਆ ਸ਼ਹਿਦ ਆ ਉਹ ਕੁਦਰਤੀ ਗੁਣ ਆ, ਸ਼ਹਿਦ ਦਾ ਕੁਦਰਤੀ ਗੁਣ ਆ ਸ਼ਹਿਦ ਜੰਮਣਾ, ਔਰ ਉਹ ਫਸਲ ਤੇ ਨਿਰਭਰ ਕਰਦਾ ਕਿ ਕਿਹੜੀ ਫਸਲ ਦਾ ਸ਼ਹਿਦ ਆ। ਅਸੀਂ ਜਦੋਂ ਮਾਰਕੀਟ ਦੇ ਵਿੱਚ ਮਾਰਕੀਟਿੰਗ ਕਰਦੇ ਆ, ਲੋਕਾਂ ਨੂੰ ਸ਼ਹਿਦ ਸਾਡੇ ਕੋਲ ਲੈ ਕੇ ਜਾਂਦੇ ਆ ਤੇ ਉਹ ਲੋਕ ਪੁੱਛਦੇ ਆ ਕਿ ਇਹ ਜੰਮੂਗਾ ਤਾਂ ਨਹੀਂ। ਜਦੋਂ ਸ਼ਹਿਦ ਦੇ ਵਿੱਚ ਸ਼ਹਿਦ ਦਾ ਗੁਣ, ਜਿਹੜੇ ਸ਼ਹਿਦ ਦੇ ਵਿੱਚ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੋਊਗੀ ਤੇ ਉਹ ਟੈਂਪਰੇਚਰ ਘਟਣ ਦੇ ਨਾਲ ਜੰਮ ਜੂਗਾ, ਉਹਦੇ ਕ੍ਰਿਸਟਲ ਬਣ ਜਾਣਗੇ, ਰਵੇ ਬਣ ਜਾਣਗੇ, ਜਿਹੜਾ ਉਹ ਕੁਦਰਤੀ ਗੁਣ ਹੋਣ ਕਰਕੇ ਉਹਨੇ ਟੈਂਪਰੇਚਰ ਦੇ ਵਿੱਚ ਘੱਟ ਹੋਣ ਕਰਕੇ ਜੰਮਣਾ ਹੀ ਆ। ਬਾਕੀ ਕੁਝ ਖੰਡ ਦੀ ਗੱਲ ਕਰਦੇ ਆ ਤੇ ਉਹ ਕੁਝ ਸ਼ਰਾਰਤੀ ਲੋਕ ਜਿਹੜੇ ਹੈਗੇ ਆ ਉਹ ਬਾਲਟੀਆਂ ਦੇ ਵਿੱਚ ਪਾ ਕੇ ਵੇਚਦੇ ਆ, ਜਾਂ ਹੋਰ ਆਪਣੇ ਮੁਨਾਫੇ ਨੂੰ ਵਧਾਉਣ ਦੇ ਕਰਕੇ ਉਹ ਪਾ ਲੈਂਦੇ, ਉਹ ਉਹਨਾਂ ਦੀ ਗਲਤੀ ਆ। ਤੇ ਜੰਮਿਆ ਸ਼ਹਿਦ ਜਿਹੜਾ ਹੈਗਾ ਉਹ ਮਿਲਾਵਟੀ ਨਹੀਂ ਹੁੰਦਾ। ਬਾਕੀ ਇਹਨਾਂ ਦੀ ਲੈਬ ਦੇ ਵਿੱਚ ਟੈਸਟਿੰਗ ਜਿਹੜੀ ਹੈਗੀ ਹੋਣੀ ਜ਼ਰੂਰੀ ਆ। ਇੱਕ ਹੋਰ ਧਾਰਨਾ ਲੋਕਾਂ ਦੇ ਵਿੱਚ ਹੈਗੀ ਆ ਕਿ ਮੱਖੀਆਂ ਦਾ ਸ਼ਹਿਦ ਹੈ, ਇਹ ਨਿੱਕੀ ਮੱਖੀ ਦਾ ਚਾਹੀਦਾ ਸ਼ਹਿਦ। ਉਹ ਇਹ ਆਪਣੇ ਦਰਸ਼ਕਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਸ਼ਾਇਦ ਜਿਹੜੀ ਮੱਖੀ ਆ ਉਹ ਸਿਰਫ ਲੇਬਰ ਆ। ਉਹ ਮੱਖੀਆਂ ਸ਼ਹਿਦ ਇਕੱਠਾ ਕਰਦੀਆਂ ਵਾ, ਸ਼ਹਿਦ ਕਿੱਥੋਂ ਇਕੱਠਾ ਕਰਨਾ ਉਹ ਉਸ ਸੋਰਸ ਦੇ ਉੱਤੇ ਨਿਰਭਰ ਕਰਦਾ ਕਿ ਕਿਹੜਾ ਸ਼ਹਿਦ ਵਾ। ਫੁੱਲਾਂ ਦਾ ਸ਼ਹਿਦ ਹੁੰਦਾ ਵਾ, ਬੇਰੀ ਦਾ ਫੁੱਲ, ਟਾਹਲੀ ਦਾ ਫੁੱਲ, ਬਰਸੀਮ ਦਾ ਫੁੱਲ, ਸਰੋਂ ਦਾ ਫੁੱਲ, ਤੋਰੀਏ ਦਾ ਫੁੱਲ, ਕਿੱਕਰ, ਫਲਾਹ, ਜਿਹੜੇ ਵੀ ਫਸਲਾਂ, ਲੀਚੀ ਦਾ ਸ਼ਹਿਦ, ਇਹ ਸਾਰਾ ਕੁਝ ਜਿਹੜਾ ਹੈਗਾ ਵਾ ਉਹ ਫੁੱਲਾਂ ਦੇ ਉੱਤੇ ਨਿਰਭਰ ਕਰਦਾ ਕਿ ਮੱਖੀਆਂ ਨੇ ਕਿਹੜੇ ਫੁੱਲ ਤੋਂ ਸ਼ਹਿਦ ਚੂਸ ਕੇ ਲੈ ਕੇ ਆਂਦਾ।
ਔਰ ਉਹਨੂੰ ਪ੍ਰੋਸੈਸ ਕੀਤਾ, ਮੱਖੀਆਂ ਪ੍ਰੋਸੈਸ ਕਰਦੀਆਂ ਨੇ ਸ਼ਹਿਦ ਨੂੰ। ਇਸ ਕਰਕੇ ਇਸ ਗੱਲ ਦਾ ਬਿਲਕੁਲ ਧਿਆਨ ਰੱਖਿਆ ਜਾਵੇ ਕਿ ਸ਼ਾਇਦ ਫੁੱਲਾਂ ਦਾ ਕਹਿ ਕੇ ਹੀ ਮੰਗਿਆ ਜਾਵੇ ਕਿ ਕਿਹੜੇ ਫੁੱਲ ਦਾ ਸ਼ਹਿਦ ਆ। ਇਹ ਵੀ ਧਿਆਨ ਰੱਖਣ ਵਾਲੀ ਗੱਲ ਆ। ਛੋਟੀ ਮੱਖੀ ਤੇ ਵੱਡੀ ਮੱਖੀ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਫੁੱਲਾਂ ਦੇ ਵਿੱਚ ਜਿਹੜਾ ਹੈਗਾ ਉਹਦੇ ਤਸੀਰ ਵੱਖਰੀ ਵੱਖਰੀ ਹੁੰਦੀ ਹੈ ਜੀ। ਇੱਕ ਆਮ ਕਰਕੇ ਨਾ ਸ਼ਹਿਦ ਦੇ ਉੱਤੇ ਬਹੁਤ ਠੱਪੇ ਲੱਗੇ ਹੁੰਦੇ ਆ, ਲਿਖਿਆ ਹੁੰਦਾ ਆਰਗੈਨਿਕ। ਇਹ ਵਾਕਈ ਆਰਗੈਨਿਕ ਸ਼ਹਿਦ ਹੁੰਦਾ ਕਿ ਵਾਕਈ ਉਂਝ ਸਿਰਫ ਮਾਰਕੀਟਿੰਗ ਕਰਨ ਲਈ ਕੀਤਾ ਜਾਂਦਾ ਹੈ? ਵੇਖੋ ਜੀ, ਇਹ ਇੱਕ ਥੋੜਾ ਜਿਹਾ ਧਿਆਨ ਦੇਣ ਵਾਲੀ ਗੱਲ ਆ ਕਿ ਜਿਹੜਾ ਜੰਗਲਾਂ ਦੇ ਵਿੱਚ ਸ਼ਾਇਦ ਮੱਖੀਆਂ ਜਾਂਦੀਆਂ ਨੇ ਜੰਗਲਾਂ ਦੇ ਵਿੱਚ, ਜੰਗਲੀ ਏਰੀਏ ਦੇ ਵਿੱਚ, ਤੇ ਉਹ ਆਰਗੈਨਿਕ ਹੁੰਦਾ ਵਾ ਸ਼ਾਇਦ। ਜਿਹੜੀ ਕੁਝ ਫਸਲਾਂ ਦਾ ਸ਼ਾਇਦ ਮੱਖੀ ਨੂੰ ਅਸੀਂ ਕੰਟਰੋਲ ਕਰਕੇ ਨਹੀਂ ਰੱਖ ਸਕਦੇ ਕਿ ਕਿਹੜੀ ਫੁੱਲ ਦੇ ਉੱਤੇ ਬਹਿਣਾ, ਕਿਹੜੀ ਫਸਲ ਦੇ ਉੱਤੇ ਬਹਿਣਾ, ਜਾਂ ਕਿਹੜੇ ਰਸ ਕਿਹੜੇ ਫੁੱਲ ਤੋਂ ਚੂਸਣਾ। ਉਹ ਉਸ ਫਸਲ ਦੇ ਉੱਤੇ ਹੋ ਸਕਦਾ ਕਿਸੇ ਨੇ ਕੋਈ ਛਿੜਕਾਅ ਕੀਤਾ ਹੋਵੇ ਪੈਸਟੀਸਾਈਡ ਦਾ ਜਾਂ ਹੋਰ ਕਿਸੇ ਚੀਜ਼ ਦਾ, ਤਾਂ ਕਰਕੇ ਅਸੀਂ ਇਹਨੂੰ ਆਰਗੈਨਿਕ ਨਹੀਂ ਕਹਿ ਸਕਦੇ। ਹਾਂ, ਇਹ ਆ ਕਿ ਸ਼ਾਇਦ ਦੇ ਵਿੱਚ ਕੁਦਰਤੀ ਗੁਣ ਹੁੰਦੇ ਆ, ਬਹੁਤ ਜ਼ਿਆਦਾ ਵਧੀਆ ਤਰੀਕੇ ਦਾ ਹੁੰਦਾ ਵਾ, ਇਹਨੂੰ ਤੁਸੀਂ ਵਰਤ ਸਕਦੇ ਜੇ। ਬਸ ਇਹ ਜੇ ਇਹਨੂੰ ਤੁਸੀਂ ਆਖੋਗੇ ਕਿਸੇ ਕੋਲੋਂ ਕਿ ਆਰਗੈਨਿਕ ਹੀ ਚਾਹੀਦਾ ਵਾ, ਉਹ ਤੁਹਾਨੂੰ ਤੁਹਾਡੇ ਭੋਲੇਪਨ ਦਾ ਫਾਇਦਾ ਜਾਂ ਤੁਹਾਡੀ ਕਰਿਓਸਿਟੀ ਦਾ ਫਾਇਦਾ ਚੁੱਕ ਕੇ ਤੁਹਾਨੂੰ 100 200 300 ਰੁਪਇਆ ਵੱਧ ਰੇਟ ਲੈ ਲੂਗਾ, ਆਰਗੈਨਿਕ ਕਹਿ ਕੇ ਵੇਚ ਸਕਦਾ। ਬਾਕੀ ਮੱਖੀ ਦੇ ਉੱਤੇ ਜਿਹੜਾ ਹੈਗਾ ਕਿਸੇ ਦਾ ਕੰਟਰੋਲ ਨਹੀਂ ਆ, ਸ਼ਾਇਦ ਕੁਦਰਤੀ ਹੁੰਦਾ ਵਾ, ਉਹਦਾ ਤੁਸੀਂ ਤਰੀਕੇ ਦੇ ਨਾਲ ਵਰਤ ਸਕਦੇ ਜੇ। ਜੇ ਕੋਈ ਠੱਪਾ ਲਾ ਕੇ ਵੇਚਦਾ ਤੇ ਉਹ ਥੋੜਾ ਜਿਹਾ ਇੱਕ ਅੱਛਾ, ਇੱਕ ਇਹ ਸਵਾਲ ਸੀਗਾ ਵੀ ਤੁਹਾਡੇ ਕੋਲ ਜਿਹੜੀਆਂ ਚੀਜ਼ਾਂ ਤੁਸੀਂ ਤਿਆਰ ਕਰਦੇ ਹੋ, ਜਿਵੇਂ ਹਲਦੀ ਹੋ ਗਿਆ, ਸ਼ਹਿਦ ਹੋ ਗਿਆ, ਜਿਵੇਂ ਚਾਵਲ ਤੁਸੀਂ ਦੱਸਿਆ ਹੈਗਾ, ਮੱਖੀ ਹੋ ਗਿਆ, ਕਿੱਥੋਂ ਕਿੱਥੋਂ ਲੋਕ ਤੁਹਾਡੇ ਕੋਲ ਸਮਾਨ ਖਰੀਦਣ ਲਈ ਆਉਂਦੇ ਆ? ਇਹ ਹਲਦੀ ਸ਼ਹਿਦ ਜਿਹੜਾ ਹੈਗਾ ਵਾ ਇਹ ਸਾਡੇ ਮੇਜਰ ਡਿਮਾਂਡ ਦੇ ਵਿੱਚ ਆ। ਬਾਕੀ ਮੱਖੀ ਇਸ ਵਾਰ ਸ਼ੁਰੂ ਕੀਤੀ ਆ, ਹੌਲੀ ਹੌਲੀ ਜਿਹੜੀਆਂ ਸਾਈਡ ਵਾਲੀਆਂ ਚੀਜ਼ਾਂ ਵਾ ਉਹਨਾਂ ਨੂੰ ਹੌਲੀ ਹੌਲੀ ਵਧਾਉਣਾ ਸ਼ੁਰੂ ਕੀਤਾ, ਕਿਉਂਕਿ ਇੱਕ ਚੀਜ਼ ਵੱਲ ਅਸੀਂ ਧਿਆਨ ਦਿੰਦੇ ਹਾਂ ਤੇ ਉਹ ਸਫਲ ਹੋ ਜਾਂਦੀ ਆ। ਬਾਕੀ ਚੀਜ਼ਾਂ ਵੱਲ ਜਦੋਂ ਅਸੀਂ ਧਿਆਨ ਦਿੰਦੇ ਹਾਂ ਤੇ ਸਾਰੀਆਂ ਚੀਜ਼ਾਂ ਇਕੱਠੀਆਂ ਨਹੀਂ ਕਰ ਸਕਦੇ, ਤੇ ਤਾਂ ਕਰਕੇ ਆ। ਬਾਕੀ ਹਲਦੀ ਤੇ ਸ਼ਹਿਦ ਦੀ ਤੁਸੀਂ ਗੱਲ ਕੀਤੀ ਆ, ਇਹ ਸਾਡੇ ਕੋਲ ਲੋਕੀ ਸਾਰੇ ਪੰਜਾਬ ਤੋਂ ਲੈਣ ਆਉਂਦੇ ਨੇ। ਸਾਡਾ ਅੰਮ੍ਰਿਤਸਰ ਤੋਂ ਮਹਿਤਾ ਰੋਡ ਦੇ ਉੱਤੇ ਚਗਾਵਾਂ ਸਾਧਪੁਰਾ, ਤੇ ਲਗਭਗ ਅੰਮ੍ਰਿਤਸਰ ਤੋਂ 28-30 ਕਿਲੋਮੀਟਰ ਪੈਂਦਾ, ਔਰ ਸਪੈਸ਼ਲ ਹਲਦੀ ਦੇ ਲਈ ਇਹਨਾਂ ਪੈਂਡਾ ਦੂਰ ਕਰਕੇ ਲੈ ਕੇ ਆਉਂਦੇ ਆ ਸਾਡੇ ਕੋਲ। ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਗੁਰਦਾਸਪੁਰ, ਬਠਿੰਡਾ, ਇਸ ਏਰੀਏ ਦੇ ਵਿੱਚ ਆਮ ਹੀ ਲੋਕ ਜਿਹੜੇ ਹੈਗੇ ਆ। ਔਰ ਕਈ ਇਹੋ ਜਿਹੇ ਗਾਹਕ ਹੈਗੇ ਜਿਹੜੇ ਹਜ਼ੂਰ ਸਾਹਿਬ ਵੱਲੋਂ ਵੀ ਸਾਡੀ ਹਲਦੀ ਮੰਗਾਉਂਦੇ ਆ, ਜਿਹੜੇ ਉੱਥੇ ਹਲਦੀ ਦਾ ਗੜ੍ਹ ਵਾ, ਪਰ ਇੱਥੋਂ ਲੈ ਕੇ ਜਾਂਦੇ ਆ ਕਿ ਇਹਨਾਂ ਨੂੰ ਚੰਗੀ ਹਲਦੀ ਜਿਹੜੀ ਹੈਗੀ ਇੱਥੋਂ ਮਿਲੀ ਆ। ਬਾਕੀ ਆਪਣੇ ਦੋਸਤ ਮਿੱਤਰਾਂ ਨੂੰ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਨਾਰਵੇ ਜਾਂ ਹੋਰ ਥਾਵਾਂ ਦੇ ਉੱਤੇ ਰਿਸ਼ਤੇਦਾਰਾਂ ਨੂੰ ਹਲਦੀ ਲੋਕ ਇੱਥੋਂ ਲੈ ਕੇ ਭੇਜਦੇ ਆ, ਔਰ ਸਪੈਸ਼ਲ ਭੇਜਦੇ ਆ। ਮੈਨੂੰ ਅਜੇ ਯਾਦ ਆਈ ਹੁਣ ਗੱਲਾਂ ਦੇ ਵਿੱਚੋਂ ਕਿ ਇੱਕ ਭੈਣ ਜੀ ਹੋਣਾ ਨੇ ਅਮਰੀਕਾ ਦੇ ਵਿੱਚ ਜਾਣਾ ਸੀ ਤੇ ਇੱਥੋਂ ਹਲਦੀ ਲੈ ਕੇ ਗਏ। ਉਹ ਲਗਭਗ 2011 ਦੀ ਗੱਲ ਆ, ਔਰ ਪਿਛਲੇ ਸਾਲ ਮੈਨੂੰ ਉਹਨਾਂ ਦਾ ਫੋਨ ਆਇਆ ਕਿ ਵੀਰ ਜੀ, ਉਹਨਾਂ ਨੇ ਨੰਬਰ ਲੈ ਕੇ ਨੋਟ ਕਰਕੇ ਰੱਖਿਆ ਸੀ, ਵੀਰ ਜੀ ਅਸੀਂ ਇੱਥੇ ਆਉਣਾ ਔਰ ਅਸੀਂ ਹਲਦੀ ਲੈਣੀ ਆ, ਤੁਹਾਡੇ ਕੋਲ ਅਜੇ ਹੁੰਦੀ ਆ ਹਲਦੀ? ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਇੰਨਾ ਸਮਾਂ ਪੁਰਾਣੀ ਜਿਹੜੀ ਹੈਗੀ ਆ ਉਹਨਾਂ ਨੇ ਸਾਡਾ ਨੰਬਰ ਵੀ ਸਾਂਭ ਕੇ ਰੱਖਿਆ ਔਰ ਯਾਦ ਰੱਖਿਆ ਕਿ ਇੱਥੋਂ ਆਪਾਂ ਹਲਦੀ ਚੰਗੀ ਲੈ ਕੇ ਜਾਣੀ ਆ। ਤੇ ਇਸ ਤਰ੍ਹਾਂ ਸਾਡੇ ਕੋਲੋਂ ਬੜੇ ਲੋਕ ਜਿਹੜੇ ਹੈਗੇ ਉਹ ਆਉਂਦੇ ਆ ਔਰ ਪ੍ਰਮੋਟ ਵੀ ਸਾਡੀ ਚੀਜ਼ ਕਰਦੇ ਆ। ਦੂਰੋਂ ਦੂਰੋਂ ਸਾਡੀ ਜਿਹੜੀ ਹੈਗੀ ਆ ਉਹ ਹਲਦੀ ਲੈ ਕੇ ਜਾਂਦੇ ਨੇ ਲੋਕ। ਜਿਹੜੇ ਕਿਸਾਨ ਮੇਰੇ ਭਰਾ ਵੀਰ ਸਿਰਫ ਝੋਨੇ ਤੇ ਕਣਕ ਦੇ ਉੱਤੇ ਹੀ ਨਿਰਭਰ ਕਰਦੇ ਆ ਜ਼ਿਆਦਾਤਰ, ਹਨਾ, ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿ ਵਾਕਿਆ ਹੀ ਜਿਵੇਂ ਤੁਸੀਂ ਖੇਤੀ ਕਰਦੇ ਹੋ ਇਸ ਵਿੱਚ ਵੀ ਵਧੀਆ ਕਮਾਈ ਹੋ ਸਕਦੀ ਆ? ਜੀ ਬਿਲਕੁਲ। ਇਹ ਕਣਕ ਤੇ ਝੋਨਾ ਦਾ ਜਿਹੜਾ ਹੈਗਾ ਵਾ ਉਹ ਸਮੇਂ ਦੀ ਲੋੜ ਸੀ, ਜਾਂ ਕਹਿ ਲਓ ਕਿ ਸਰਕਾਰਾਂ ਦੀਆਂ ਨੀਤੀਆਂ ਸੀ ਭੁੱਖਿਆਂ ਦਾ ਢਿੱਡ ਭਰਨ ਲਈ ਬੱਲੇ ਸ਼ੇਰਾ ਕਹਿ ਕੇ ਤੇ ਜਵਾਨਾਂ ਨੂੰ ਲਾ ਦਿੱਤਾ ਪੰਜਾਬੀਆਂ ਨੂੰ। ਜਦੋਂ ਸਰਹੱਦਾਂ ਤੇ ਲੋੜ ਪਈ ਤੇ ਅਸੀਂ ਅੱਗੇ ਆ ਗਏ, ਔਰ ਜਦੋਂ ਅੰਗਰੇਜ਼ਾਂ ਨੂੰ ਕੱਢਣ ਦੀ ਲੋੜ ਪਈ ਤੇ ਅਸੀਂ ਅੱਗੇ ਆ ਗਏ। ਪੰਜਾਬੀ ਇਹ ਖਿੱਤੇ ਦੇ ਵਿੱਚ ਹੀ ਹੈਗਾ ਵਾ ਕਿ ਜੋਸ਼ ਹੁੰਦਾ ਵਾ ਕਿ ਅਸੀਂ ਕੁਝ ਕਰਨਾ ਵਾ। ਜਦੋਂ ਅਬਦਾਲੀ ਆਇਆ ਤੇ ਹਿੱਕ ਡਾਹ ਕੇ ਅਸੀਂ ਅੱਗੇ ਆਏ। ਜਦੋਂ ਸਿਕੰਦਰ ਆਇਆ ਤੇ ਸਿਕੰਦਰ ਨੇ ਹੀ ਜੰਡਿਆਲਾ ਦੇ ਲਾਗੋਂ ਬਿਆਸ ਦਰਿਆ ਦੇ ਕੰਢੇ ਤੋਂ ਉਹਦਾ ਮੂੰਹ ਮੋੜਿਆ, ਉਹਨੂੰ ਵਾਪਸ ਜਾਣ ਦਾ ਜਿਹੜਾ ਹੈਗਾ ਵਾ ਰਾਹ ਦਿੱਤਾ। ਇਹ ਪੰਜਾਬੀਆਂ ਦੀ ਹੀ ਹੁਣ ਜ਼ਿੰਮੇਵਾਰੀ ਬਣਦੀ ਆ ਕਿ ਕਣਕ ਝੋਨੇ ਤੋਂ ਛੱਡ ਕੇ ਹੋਰ ਫਸਲਾਂ ਵੱਲ ਹੋਵੋ। ਇੱਕ ਸੁਨੇਹਾ ਤੇ ਇੱਕ ਸਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਜਿਹੜੀਆਂ ਰਸੋਈ ਦੇ ਵਿੱਚ ਚੀਜ਼ਾਂ ਪੈਦਾ ਕਰਨੀਆਂ ਵਾ, ਵਰਤਣੀਆਂ ਵਾ, ਉਹ ਅਸੀਂ ਆਪਣੇ ਜੋਗੀਆਂ ਆਪ ਪੈਦਾ ਕਰੀਏ। ਰਸੋਈ ਦੇ ਵਿੱਚ ਜਿੰਨਾ ਵੀ ਅਨਾਜ ਆ, ਦਾਲਾਂ ਵਾ,
ਜਾਂ ਹੋਰ ਸਬਜ਼ੀਆਂ ਵਾ ਉਹ ਸਾਰੀਆਂ ਆਪਣੇ ਜੋਗੀਆਂ ਬੀਜੀਏ, ਔਰ ਆਪਣੇ ਜੋਗੀਆਂ ਜਦੋਂ ਅਸੀਂ ਬੀਜਾਂਗੇ ਤੇ ਉਹਦੇ ਬਾਰੇ ਜਿਹੜਾ ਹੈਗਾ ਅਸੀਂ ਉਹਦਾ ਧਿਆਨ ਜ਼ਿਆਦਾ ਰੱਖਾਂਗੇ। ਦੂਜੀ ਗੱਲ ਹੈ, ਜਦੋਂ ਅਸੀਂ ਉਹ ਆਪਣੇ ਜੋਗੀਆਂ ਬੀਜ ਲਾਵਾਂਗੇ ਤੇ ਸਾਡੇ ਬਾਜ਼ਾਰ ਦੇ ਉੱਤੇ ਹੱਟੀ ਦੇ ਉੱਤੋਂ ਲੈ ਕੇ ਆਉਣ ਦਾ ਖਰਚਾ 5000 ਤੋਂ ਲੈ ਕੇ ਤੇ 10,000 ਤੱਕ ਖਰਚਾ ਸਾਡਾ ਬਚਤ ਹੋ ਜਾਂਦੀ ਹੈ 1 ਮਹੀਨੇ ਦਾ, ਔਰ ਇਹ ਬਹੁਤ ਜ਼ਿਆਦਾ ਹੁੰਦਾ ਵਾ। ਔਰ ਉਸ ਬਚਤ ਦੇ ਨਾਲ ਜਦੋਂ ਸਾਡੇ ਕੋਲੋਂ ਲੋੜ ਤੋਂ ਵੱਧ ਅਸੀਂ ਪੈਦਾ ਕਰਦੇ ਹਾਂ, ਥੋੜ੍ਹੀ ਮਾਤਰਾ ਦੇ ਵਿੱਚ ਅਸੀਂ ਹਰੇਕ ਸਬਜ਼ੀ, ਹਰੇਕ ਦਾਲ ਜਾਂ ਹੋਰ ਧਨੀਆ ਮਸਾਲਾ ਜਾਂ ਹਲਦੀ ਜਾਂ ਚੌਲ ਤੇ ਜੌਂ, ਛੋਲੇ, ਸਾਰਾ ਕੁਝ ਜਦੋਂ ਆਪਾਂ ਲੋੜ ਤੋਂ ਵੱਧ ਪੈਦਾ ਕਰਦੇ ਹਾਂ ਕਿ ਸਾਡੀ ਮਾਝਾ ਹਲਦੀ ਹੱਟ ਵਾਂਗੂ ਆਪਣੇ ਪੈਲੀਆਂ ਦੇ ਵਿੱਚ ਛੋਟੀ ਜਿਹੀ ਹੱਟ ਬਣਾਓ, ਉਸ ਹੱਟ ਦੇ ਉੱਤੇ ਵੇਚਣਾ ਸ਼ੁਰੂ ਕਰੋ, ਔਰ ਉਸ ਦੇ ਨਾਲ ਤੁਹਾਡਾ ਜਿਹੜਾ ਹੈਗਾ ਵਾ ਮੰਡੀ ਦੇ ਉੱਤੇ ਜਾਂ ਆੜ੍ਹਤੀਆਂ ਦੇ ਉੱਤੇ ਜਾਂ ਸ਼ਾਹੂਕਾਰਾਂ ਦੇ ਉੱਤੇ ਤੁਹਾਡੀ ਡਿਪੈਂਡੈਂਸ ਆ ਉਹ ਘਟੂਗੀ। ਤੁਸੀਂ ਆਪਣੇ ਪੈਰਾਂ ਦੇ ਉੱਤੇ ਖਲੋਗੇ, ਤੁਹਾਨੂੰ ਸਰਕਾਰਾਂ ਦੇ ਮੂੰਹ ਵੱਲ ਵੀ ਵੇਖਣਾ ਨਹੀਂ ਪਊਗਾ ਕਿ ਅੱਜ ਕਣਕ ਦਾ ਭਾਅ ਤੁਸੀਂ MSP ਇੰਨਾ ਵਧਾ ਦਿਓ ਜਾਂ ਇੰਨਾ ਘਟਾ ਦਿਓ। ਹੁਣ ਆਉਣ ਵਾਲਾ ਸਮਾਂ ਜਿਹੜਾ ਹੈਗਾ ਸਰਕਾਰਾਂ ਨੇ ਤੁਹਾਡਾ ਕਣਕ ਖਰੀਦਣ ਤੋਂ ਤੇ ਝੋਨਾ ਖਰੀਦਣ ਤੋਂ ਮਨਾ ਕਰ ਦਿੱਤਾ ਵਾ। ਇਹ ਜਿੰਨੀ ਛੇਤੀ ਸਮਝ ਜਾਓਗੇ ਕਿਸਾਨੋਂ, ਓਨੀ ਛੇਤੀ ਤੁਸੀਂ ਬਚ ਜਾਓਗੇ। ਜ਼ਿੰਮੇਵਾਰੀ ਸਾਡੀ ਹੈ ਕਿ ਅਸੀਂ ਆਪਣੇ ਆਪ ਹੀ ਸਵਾਰਨੇ ਆ ਭਾਗ। ਗੁਰੂ ਨਾਨਕ ਪਾਤਸ਼ਾਹ ਨੇ ਹੱਟੀ ਕੀਤੀ ਆ ਤੇ ਸਾਨੂੰ ਹੱਟੀ ਕਰਨ ਦਾ ਜਿਹੜਾ ਹੈਗਾ ਵਾ ਉਹ ਸਤਸੰਗ ਨਹੀਂ ਹੋਣੀ ਚਾਹੀਦੀ। ਅਸੀਂ ਉਸੇ ਗੁਰੂ ਨਾਨਕ ਪਾਤਸ਼ਾਹ ਦੀ ਕਿਰਤ ਦੇ ਸਿਧਾਂਤ ਦੇ ਨਾਲ ਹੀ ਜੁੜ ਕੇ ਤੇ ਆਪਾਂ ਕਰੀਏ, ਔਰ ਇਹਦਾ ਸਿਰਫ ਅੱਜ ਦਾ ਨਹੀਂ ਫਾਇਦਾ, 2 ਸਾਲਾਂ ਦਾ ਨਹੀਂ ਫਾਇਦਾ, ਇਹ ਸਾਰੀਆਂ ਉਮਰਾਂ ਦਾ ਫਾਇਦਾ ਵਾ। ਤੁਹਾਡੇ ਬੱਚਿਆਂ ਦਾ, ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਹੈਗਾ ਹੱਟੀ ਦੇ ਨਾਲ ਜੁੜਿਆ ਵਾ। ਅਸੀਂ ਆਪਣੇ ਹੱਟੀ ਨੂੰ ਜਿਸ ਤਰ੍ਹਾਂ ਅਸੀਂ ਮਾਝਾ ਹਲਦੀ ਹੱਟ ਦੇ ਉੱਤੇ 10-15 ਗਾਹਕਾਂ ਤੋਂ ਸ਼ੁਰੂ ਹੋਏ ਸਾਂ, ਇਸ ਵੇਲੇ ਸਾਡੇ ਨਾਲ ਹਜ਼ਾਰਾਂ ਗਾਹਕ ਜੁੜ ਗਏ ਨੇ ਜਿਹੜੇ ਸਾਡੇ ਚੀਜ਼ ਨੂੰ ਬਹੁਤ ਜ਼ਿਆਦਾ ਮੰਨਦੇ ਆ, ਪਸੰਦ ਕਰਦੇ ਆ, ਔਰ ਆਪਣੇ ਦੋਸਤਾਂ ਤੱਕ ਭੇਜਦੇ ਆ। ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਆਪਣੀਆਂ ਚੀਜ਼ਾਂ ਨੂੰ ਆਪ ਤੇ ਪੈਦਾ ਕਰੋਗੇ, ਆਪਣੀ ਕੁਆਲਿਟੀ ਦਾ ਧਿਆਨ ਰੱਖੋਗੇ, ਲੋਕਾਂ ਤੱਕ ਚੰਗੀ ਚੀਜ਼ ਪਹੁੰਚਾਓਗੇ, ਤੇ ਉਸ ਵੇਲੇ ਤੁਹਾਡੇ ਜਿਹੜੇ ਹੈਗੇ ਗਾਹਕ ਆ ਰੱਬ ਦਾ ਰੂਪ ਹੋ ਕੇ ਤੁਹਾਡੇ ਤੱਕ ਪਹੁੰਚਣਗੇ। ਤੁਸੀਂ ਕਿਸਾਨੀ ਦੇ ਅੰਬੈਸਡਰ ਹੋ ਕੇ ਆਪਣੇ ਆਪ ਨੂੰ ਪ੍ਰਮੋਟ ਕਰੋ। ਗੁਰੂ ਪਾਤਸ਼ਾਹ ਨੇ ਸਾਨੂੰ ਸਰਦਾਰੀਆਂ ਦਿੱਤੀਆਂ ਵਾ, ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਤੇ ਅਸੀਂ ਇਸ ਧਰਤੀ ਦੇ ਹਿੱਸੇ ਦੇ ਮਾਲਕ ਆ, ਤੇ ਅਸੀਂ ਕੁਦਰਤ ਦੇ ਨਾਲ ਜੁੜ ਕੇ ਤੇ ਉਹ ਚੀਜ਼ਾਂ ਪੈਦਾ ਕਰੀਏ ਔਰ ਆਪ ਆਪਣੀ ਮੰਡੀਕਰਨ ਕਰੀਏ। ਬਹੁਤ ਜ਼ਿਆਦਾ ਜ਼ਰੂਰੀ ਆ। ਲਾਸਟ ਸਵਾਲ ਇੱਕ ਇਹ ਸੀ ਵੀ ਕੀ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਕਦੇ ਇਸ ਤਰ੍ਹਾਂ ਸੋਚਿਆ ਵੀ ਜਦੋਂ ਅਸੀਂ ਆਪ ਖੁਸ਼ਹਾਲ ਆ ਇਸ ਫੀਲਡ ਦੇ ਵਿੱਚ, ਕਦੇ ਟ੍ਰੇਨਿੰਗ ਸੈਂਟਰ ਖੋਲਣ ਵਾਸਤੇ ਤੁਸੀਂ ਸੋਚਿਆ ਵੀ ਹਾਂ ਅਸੀਂ ਟ੍ਰੇਨਿੰਗ ਦਿਆ ਕਰਾਂਗੇ ਨੌਜਵਾਨ ਵੀਰਾਂ ਨੂੰ ਇਸ ਪਾਸੇ ਲਾਉਣ ਵਾਸਤੇ? ਕੋਈ ਇਸ ਤਰ੍ਹਾਂ ਦੇ ਉਦਮ ਬਾਰੇ ਸੋਚ ਰਹੇ ਹੋ? ਬਿਲਕੁਲ ਜੀ, ਇਹ ਉਦਮ ਜਿਹੜਾ ਹੈਗਾ ਵਾ ਇਹ ਇੱਕ ਦੂਜੇ ਦੇ ਨਾਲ ਜੁੜ ਕੇ ਕੰਮ ਕੀਤਾ ਜਾ ਸਕਦਾ ਵਾ। ਔਰ ਟ੍ਰੇਨਿੰਗ ਜਿਹੜੀ ਹੈਗੀ ਆ ਉਹ ਬੀਕੀਪਿੰਗ ਦੀ ਟ੍ਰੇਨਿੰਗ ਸਭ ਤੋਂ ਪਹਿਲਾਂ ਡੈਡੀ ਹੋਣਾ ਨੇ ਸ਼ੁਰੂ ਕੀਤੀ, ਔਰ ਆਪਣੇ ਨਾਲ ਜਿੰਨੇ ਵੀ ਹੈਗੇ ਆ ਆਪਣੇ ਆਂਢੀ ਗੁਆਂਢੀ ਰਿਸ਼ਤੇਦਾਰ ਉਹਨਾਂ ਨੂੰ ਦੱਸਿਆ ਕਿ ਆ ਬੀਕੀਪਿੰਗ ਕਰੋ। ਔਰ ਅਸੀਂ ਆਪਣੇ ਪਿੰਡ ਦੇ ਵਿੱਚ ਗੁੜ ਦਾ ਵੀ ਲੋਕਾਂ ਨੂੰ ਆਖਿਆ ਕਿ ਗੁੜ ਦੀ ਬਹੁਤ ਜ਼ਿਆਦਾ ਮੰਗ ਆ, ਕੰਮ ਸ਼ੁਰੂ ਕਰੋ। ਇਸ ਵੇਲੇ ਸਾਡੇ ਪਿੰਡ ਦੇ ਵਿੱਚ 8 ਵੇਲਣੇ ਨੇ, 8 ਵੇਲਣੇ ਗੁੜ ਦੇ, ਜਿਨ੍ਹਾਂ ਕੋਲ ਇਸ ਵੇਲੇ 1 ਕਿਲੋ ਵੀ ਗੁੜ ਦੇਣ ਨੂੰ ਨਹੀਂ ਹੈਗਾ। ਲੋਕੀ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਚੀਜ਼ਾਂ। ਔਰ ਹਲਦੀ ਜਿਹੜੀ ਹੈਗੀ ਉਹ ਤੁਹਾਡੇ ਸਾਹਮਣੇ ਹੀ ਆ, ਹੱਥ ਕੰਗਣ ਨੂੰ ਆਰਸੀ ਕੀ, ਔਰ ਤੁਹਾਨੂੰ ਤੁਸੀਂ ਜੋ ਵੀ ਚੀਜ਼, ਹਾਂਜੀ, ਪੜ੍ਹੇ ਲਿਖੇ ਨੂੰ ਫਾਰਸੀ ਕੀ, ਤੁਹਾਡੇ ਸਾਹਮਣੇ ਸਾਰਾ ਕੁਝ ਹੈਗਾ ਵਾ। ਟ੍ਰੇਨਿੰਗ ਜਿਹੜੀ ਹੈਗੀ ਆ ਜਦੋਂ ਮਰਜ਼ੀ ਸਾਡੇ ਕੋਲ ਆਓ, ਆਣ ਕੇ ਪੁੱਛੋ, ਤੇ ਇਹ ਅਸੀਂ ਦੱਸਣ ਨੂੰ ਤਿਆਰ ਆ। ਸਾਡੇ ਕੋਲ ਵੀ ਬਾਕੀ ਖੇਤੀਬਾੜੀ ਮਹਿਕਮਾ ਔਰ ਬਾਗਬਾਨੀ ਵਿਭਾਗ ਆ, ਔਰ ਇਸ ਵੇਲੇ WhatsApp ਦੇ ਬਹੁਤ ਸਾਰੇ ਜਿਹੜੇ ਹੈਗੇ ਗਰੁੱਪ ਬਣੇ ਨੇ, ਬਹੁਤ ਸਾਰੇ ਕਿਸਾਨਾਂ ਦੇ ਗਰੁੱਪ ਬਣੇ ਨੇ। ਯੰਗ ਇਨੋਵੇਟਿਵ ਫਾਰਮਰ ਗਰੁੱਪ ਜਿਹੜਾ ਹੈਗਾ ਦੁਨੀਆ ਦੇ ਵਿੱਚ ਮਸ਼ਹੂਰ ਗਰੁੱਪ ਆ, ਉਹ ਬਹੁਤ ਜ਼ਿਆਦਾ ਵਧੀਆ ਕਿਸਾਨਾਂ ਦਾ ਗਰੁੱਪ ਆ, ਜਿਹਦੇ ਵਿੱਚ ਸਰਦਾਰ ਕਾਹਨ ਸਿੰਘ ਪੰਨੂ ਔਰ ਪੰਜਾਬ ਦੇ ਮੰਨੇ ਪ੍ਰਮੰਨੇ ਕਿਸਾਨ ਜਿਹੜੇ ਹੈਗੇ ਉਹ ਆਪਣੀਆਂ ਸਲਾਹਾਂ, ਆਪਣੇ ਤਜਰਬੇ ਜਿਹੜੇ ਹੈਗੇ ਦੱਸਦੇ ਆ, ਔਰ ਸਾਨੂੰ ਜਿਹੜੀਆਂ ਗੱਲਾਂ ਦੀ ਲੋੜ ਪੈਂਦੀ ਆ ਉਹ ਗੱਲਾਂ ਅਸੀਂ ਉਹਨਾਂ ਨਾਲ ਸਾਂਝੀਆਂ ਕਰਦੇ ਹਾਂ, ਔਰ ਸਾਰਾ ਕੁਝ ਜਿਹੜਾ ਹੈਗਾ ਵਾ ਉਹ ਸੁਣ ਕੇ ਤੇ ਇੰਪਲੀਮੈਂਟ ਕਰਦੇ ਆ। ਤਾਂ ਕਰਕੇ ਟ੍ਰੇਨਿੰਗ ਜਿਹੜੀ ਹੈਗੀ ਆ ਉਹ ਜ਼ਰੂਰੀ ਆ, ਔਰ ਕਿਸਾਨ ਆਪਣੇ ਤੌਰ ਦੇ ਉੱਤੇ ਵੀ ਇੱਕ ਸੰਸਥਾ ਹੈਗਾ ਇਹ। ਅੱਛਾ ਜੀ, ਕਿ ਜੇ ਤੁਹਾਡੇ ਕੋਲੋਂ ਕਿਸੇ ਨੇ ਕੋਈ ਸਮਾਨ ਬਾਹਰੋਂ ਮੰਗਵਾਉਣਾ ਹੋਵੇ ਜਾਂ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ, ਉਹਦਾ ਤਰੀਕਾ ਕੀ ਹੈ ਜੀ? ਉਹ ਸਾਡੇ ਜਿਹੜੇ ਹੈਗੇ ਆ ਫੇਸਬੁੱਕ ਪੇਜ ਦੇ ਉੱਤੇ ਮਾਝਾ ਫੂਡਸ ਫੇਸਬੁੱਕ ਪੇਜ ਆ, ਉਹਦੇ ਨਾਲ ਜੁੜ ਸਕਦਾ, ਸਾਨੂੰ ਉਹਦੇ ਵਿੱਚ ਆਪਣੀ ਡਿਮਾਂਡ ਭੇਜ ਸਕਦਾ,
ਕੁਰੀਅਰ ਚਾਰजेस ਜਿਹੜੇ ਹੈਗੇ ਉਹਨਾਂ ਨੂੰ ਪੇ ਕਰਨੇ ਪੈਣਗੇ, ਤੇ ਬਾਕੀ ਜਿਹੜਾ ਹੈਗਾ ਪਹਿਲਾਂ ਉਹ ਆਪਣਾ ਖਾਤੇ ਦੇ ਵਿੱਚ ਪੇਮੈਂਟ ਕਰ ਦੇਣ, ਅਸੀਂ ਉਹਨਾਂ ਨੂੰ ਭੇਜ ਦੇਵਾਂਗੇ। ਔਰ ਡਿਮਾਂਡ ਜਿਹੜੀ ਹੈਗੀ ਆ ਘੱਟੋ ਘੱਟ ਬਾਹਰ ਵਾਲਿਆਂ ਲਈ 5 ਕਿਲੋ, ਔਰ ਇੱਥੋਂ ਦੇ ਲੋਕਲ ਵਾਲਿਆਂ ਦੀ 2 ਕਿਲੋ ਅਸੀਂ ਡਾਕਖਾਨੇ ਰਾਹੀਂ ਵੀ ਭੇਜ ਦਿੰਦੇ ਹਾਂ ਔਰ ਕੁਰੀਅਰ ਰਾਹੀਂ ਵੀ ਭੇਜ ਦਿੰਦੇ ਹਾਂ। ਮਾਝਾ ਫੂਡਸ ਦਾ ਪੇਜ ਲਾਈਕ ਕਰੋ, WhatsApp ਦਾ ਗਰੁੱਪ ਬਣਿਆ ਉਹ ਜੁਆਇਨ ਕਰੋ, ਔਰ ਇਸ ਤਰੀਕੇ ਦੇ ਨਾਲ ਤੁਸੀਂ ਸਾਡੇ ਨਾਲ ਸਿੱਧੇ ਜੁੜ ਸਕਦੇ ਜੇ। ਕੋਈ ਲਾਸਟ ਸੰਦੇਹਾ ਜਿਹੜਾ ਤੁਸੀਂ ਦੇਣਾ ਚਾਹੋ ਕਿਸਾਨ ਵੀਰਾਂ ਨੂੰ? ਕਿਸਾਨ ਵੀਰਾਂ ਨੂੰ ਇਹੋ ਹੀ ਹੈ ਕਿ ਆਪਣੇ ਪੈਰਾਂ ਤੇ ਖੜੇ ਹੋਣ ਦੇ ਲਈ ਸਰਕਾਰਾਂ ਦਾ ਮੂੰਹ ਵੇਖਣਾ ਬੰਦ ਕਰ ਦਿਓ। ਸਰਕਾਰ ਨੇ ਵੋਟਾਂ ਵੇਖਣੀਆਂ ਨੇ, ਕਿਸਾਨਾਂ ਨੇ ਆਪਣੀ ਜ਼ਿੰਦਗੀ ਸੰਵਾਰਨੀ ਆ। ਜ਼ਿੰਮੇਵਾਰੀ ਸਮਝੋ, ਵਾਤਾਵਰਨ ਨੂੰ ਬਚਾਓ, ਅੱਗਾਂ ਲਾਉਣੀਆਂ ਬੰਦ ਕਰ ਦਿਓ, ਪਾਣੀ ਬਚਾਓ। ਪਾਣੀ ਜਿਹੜਾ ਹੈਗਾ ਵਾ ਉਹ ਤੁਹਾਡੇ ਆਉਣ ਦਾ ਭਵਿੱਖ ਆ। ਜੇ ਅੱਜ ਨਾ ਬਚਾਇਆ ਤੇ ਫਿਰ ਆਉਣ ਵਾਲੇ 25 ਸਾਲਾਂ ਦੇ ਵਿੱਚ ਪਾਣੀ ਤੁਹਾਡੀ ਜ਼ਮੀਨ ਦੇ ਵਿੱਚੋਂ ਖਤਮ ਹੋ ਜਾਊਗਾ। ਔਰ ਜੇ ਅੱਜ ਪਾਣੀ ਨਾ ਬਚਾਇਆ ਤੇ ਤੁਸੀਂ ਫਸਲਾਂ ਦੇ ਲਈ ਕਦੋਂ ਪਾਣੀ ਬਚਾਓਗੇ? ਸੁਨੇਹਾ ਇਹੋ ਹੀ ਆ ਕਿ ਪਾਣੀ ਵੀ ਬਚਾਓ, ਧਰਤੀ ਵੀ ਬਚਾਓ, ਤੇ ਆਪਣੀ ਕਿਸਾਨੀ ਆਪ ਕਮਾਓ, ਆਪ ਆਪਣੀ ਮਾਰਕੀਟਿੰਗ ਕਰੋ, ਆਪ ਚੀਜ਼ਾਂ ਸਾਰੀਆਂ ਜਿਹੜੀਆਂ ਹੈਗੀਆਂ ਇਹ ਕਣਕ ਝੋਨੇ ਦੇ ਉੱਤੇ ਦੋਵਾਂ ਫਸਲਾਂ ਤੇ ਨਿਰਭਰ ਨਾ ਰਹਿ ਕੇ ਆਪਣੀਆਂ ਫਸਲਾਂ ਨੂੰ 8-10 ਫਸਲਾਂ ਦੇ ਵਿੱਚ ਵੰਡ ਦਿਓ। ਜੇ ਇੱਕ ਫਸਲ ਦੇ ਵਿੱਚ ਘਾਟਾ ਪੈਂਦਾ ਤੇ ਬਾਕੀ 7 ਫਸਲਾਂ ਤੁਹਾਡੀ ਜਿਹੜੀ ਹੈਗੀ ਆ ਉਹ ਪੂਰਾ ਕਰਨਗੀਆਂ। ਬਾਕੀ ਆਉਣ ਵਾਲਾ ਸਮਾਂ ਜਿਹੜਾ ਹੈਗਾ ਕਿਸਾਨੀ ਦਾ ਵਾ, ਔਨ ਫਾਰਮ ਮਾਰਕੀਟ ਦਾ ਵਾ। ਔਨ ਫਾਰਮ ਮਾਰਕੀਟ ਐਸਟੈਬਲਿਸ਼ ਕਰੋ, ਆਪਣੀ ਹੱਟ ਖੋਲੋ, ਆਪਣੇ ਖੇਤਾਂ ਦੇ ਵਿੱਚ ਆਪਣੀ ਸਬਜ਼ੀ, ਆਪਣੇ ਜਿਹੜੇ ਹੈਗੀਆਂ ਵਾ ਉਤਪਾਦ ਆ ਉਹ ਆਪ ਵੇਚੋ। ਲੋਕੀ ਤੁਹਾਨੂੰ ਆਦਰ ਕਰਨਗੇ, ਤੁਹਾਡੇ ਤੱਕ ਆਣ ਕੇ ਤੁਹਾਨੂੰ ਹੱਥਾਂ ਤੇ ਚੁੱਕਣਗੇ ਔਰ ਤੁਹਾਡੀ ਪ੍ਰਮੋਸ਼ਨ ਆਪ ਕਰਨਗੇ ਜੀ। ਬਹੁਤ ਧੰਨਵਾਦ ਜੀ ਇਸ ਸੁਨੇਹੇ ਦੇ ਲਈ। ਤੁਹਾਡੇ ਸਿਰੜ ਨੂੰ, ਤੁਹਾਡੇ ਹੌਸਲੇ ਨੂੰ, ਤੁਹਾਡੇ ਜਜ਼ਬੇ ਨੂੰ ਸਲਾਮ ਕਰਦਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਸਰਬੱਤ ਦੇ ਭਲੇ ਦਾ ਜਿਹੜਾ ਕਨਸੈਪਟ ਲੈ ਕੇ ਚੱਲਿਓ, ਤੁਸੀਂ ਉਸ ਵਿੱਚ ਜ਼ਰੂਰ ਕਾਮਯਾਬ ਹੋਵੋਗੇ। ਧੰਨਵਾਦ ਤੁਹਾਡਾ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਸ਼ੁਕਰੀਆ ਜੀ।